ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਵਿਘਨ ਕੇ ਨਾਸ਼ਕ, ਵਿਘਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋ ਕਰ ਅਨਰਾਗ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਜੋ ਧਨ ਕੀ ਸ਼ਰਧਾ ਲਗ ਕਰ ਭੈ ਪ੍ਰਸੰਨ ਬਿਲਿੰਦ ਕਿਰਪਾਲ। ਚਲੇ ਤੁਮਾਰੇ ਪੁਰ ਇੱਕ ਬਾਰ ਹੈ, ਹਰਿ ਕਤਕ ਦਿਨ ਮਿਲਨ ਵਿਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੁਗੋ ਜੁਗ ਅਟਲ। 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਗਿਆਨ ਦੇ ਸਾਗਰ
ਕਲਯੁਗੀ ਜੀਵਾਂ ਨੂੰ ਤਾਰਨ ਹਾਰੇ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿੰਨਾਂ ਦੀ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਚਰਨ ਛੋਹ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਛੇ ਹਰਟਾ ਸਾਹਿਬ ਜੀ ਵਿਖੇ ਸਾਨੂੰ ਸਭਨਾਂ ਨੂੰ ਦਰਸ਼ਨ ਦੀਦਾਰੇ ਕਰਨ ਦਾ, ਸਤ ਸੰਗਤ ਕਰਨ ਦਾ ਔਰ ਚੱਲ ਰਹੀਆਂ ਗੁਰੂ ਘਰ ਦੇ ਵਿੱਚ ਸੇਵਾਵਾਂ ਦੇ ਵਿੱਚ ਹਾਜ਼ਰੀ ਭਰਨ ਦਾ, ਯਾਤਰਾ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ। ਸਭ ਤੋਂ ਪਹਿਲਾਂ ਸ਼ਾਮ ਦੇ ਵੇਲੇ ਆਪਾਂ ਗੁਰ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹਾਂ। ਸਮਾਂ ਹੋ ਚੁੱਕਾ ਹੈ, ਆਓ ਛੇਵੇਂ ਪਾਤਸ਼ਾਹ ਜੀ ਦਾ ਜੀਵਨ ਆਪਾਂ ਸਰਵਣ ਕਰਦੇ ਆ ਰਹੇ ਹਾਂ। ਚੱਲ ਰਿਹਾ ਹੈ ਲੜੀਵਾਰ ਔਰ ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਇਹ ਪ੍ਰਸੰਗ ਸਰਵਣ ਕੀਤਾ ਹੈ ਕਿ ਤੀਸਰਾ ਜਿਹੜਾ ਜੰਗ ਛੇਵੇਂ ਪਾਤਸ਼ਾਹ ਜੀ ਨੇ ਕੀਤਾ ਹੈ, ਗੁਰੂਸਰ ਮਹਾਰਾਜ ਦੀ ਪਵਿੱਤਰ ਧਰਤੀ ਤੇ ਮਾਲਵੇ ਦੇ ਵਿੱਚ ਜਿਹੜਾ ਜੰਗ ਇੱਕ ਪਾਸੇ ਸ਼ਾਹਜਹਾਨ ਦੀ ਲੱਲਾ ਬੇਗ ਦੀ ਅਗਵਾਈ ਦੇ ਵਿੱਚ 35,000 ਦੀ ਫੌਜ ਹੈ, ਦੂਸਰੇ ਪਾਸੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 4,000 ਜਰਨੈਲਾਂ ਦੇ ਨਾਲ, ਯੋਧਿਆਂ ਦੇ ਨਾਲ ਡਟੇ ਹਨ ਤੇ ਜੰਗ ਜਿੱਤੀ ਗਈ ਹੈ। ਤੇ ਜਦੋਂ ਨਗਰ ਵਾਸੀਆਂ ਨੇ ਇਲਾਕੇ ਦੇ ਭਰ ਦੇ ਵਿੱਚ ਇਹ ਗੱਲ ਪਹੁੰਚੀ ਹੈ ਤੇ ਸੰਗਤ ਬੜੀ ਖੁਸ਼ ਹੋਈ ਹੈ ਔਰ ਭਾਵਨਾ ਸਹਿਤ ਵੱਡੀ ਗਿਣਤੀ 'ਚ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਉਸ ਪਾਵਨ ਸਥਾਨ 'ਤੇ ਆ ਰਹੀ ਹੈ। ਦਮਦਮਾ ਗੁਰੂਸਰ ਪਾਵਨ ਜਿਹੜਾ ਅਸਥਾਨ ਦਾ ਨਾਮ ਰੱਖਿਆ ਹੈ ਉਸ ਦਾ, ਤੇ ਸਤਿਗੁਰੂ ਜੀ ਤਕਰੀਬਨ 8 ਦਿਨ ਹੋ ਗਏ ਹਨ ਜੰਗ ਤੋਂ ਬਾਅਦ ਉੱਥੇ ਰੁਕੇ ਹੋਏ ਸਨ। ਦੂਸਰੇ ਪਾਸੇ ਜੰਗ ਹਾਰ ਕੇ ਲੱਲਾ ਬੇਗ ਆਪ ਵੀ ਲੜਦਾ ਹੋਇਆ ਸਤਿਗੁਰਾਂ ਦੇ ਨਾਲ ਆਪਣੇ ਸਾਰੇ ਜਰਨੈਲਾਂ ਸਹਿਤ ਮਾਰਿਆ ਗਿਆ ਹੈ। ਤੇ ਇੱਕ ਹਸਨ ਖਾਨ ਜਿਹੜਾ ਦੂਤ ਹੈ ਉਹ ਵਾਪਸ ਗਿਆ ਹੈ ਲਾਹੌਰ ਦੀ ਧਰਤੀ ਤੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ। ਸ਼ਾਹਜਹਾਨ ਦੇ ਕੋਲ ਦੱਸਿਆ ਜਾ ਕਰਕੇ, ਇਹ ਬਾਦਸ਼ਾਹ, ਜਿਹੜਾ ਬਾਦਸ਼ਾਹ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਸੀਗਾ ਕਿ ਮੇਰੇ ਯੋਧੇ ਗਏ ਹਨ ਤਜਰਬੇਕਾਰ, ਨਾਲੇ ਤਾਂ ਉਹ ਜਿਹੜੇ ਬਿਧੀ ਚੰਦ ਘੋੜੇ ਲੈ ਗਿਆ ਸੀਗਾ ਖੋ ਕੇ ਲੈ ਆਉਣਗੇ ਵਾਪਸ, ਤੇ ਨਾਲੇ ਸਤਿਗੁਰਾਂ ਨੂੰ ਬੰਦੀ ਬਣਾ ਕੇ ਮੇਰੇ ਸਾਹਮਣੇ ਪੇਸ਼ ਕਰਨਗੇ, ਆਉਣ ਵਾਲੇ ਹੋਣਗੇ। ਪਰ ਖਬਰ ਆਈ ਹੈ ਕਿ ਜੰਗ ਹਾਰਿਆ ਗਿਆ ਹੈ ਤੇ ਸਾਰੇ ਜਰਨੈਲ ਮਾਰੇ ਗਏ ਹਨ, ਕੋਈ ਵੀ ਬਚ ਕੇ ਨਹੀਂ ਆਇਆ। ਤੇ ਫਿਰ ਬਾਦਸ਼ਾਹ ਗੁੱਸੇ ਦੇ ਵਿੱਚ ਆਇਆ ਹੈ, ਪਰ ਉੱਥੇ ਇੱਕ ਵਜ਼ੀਰ ਖਾਨ ਜਿਹੜਾ ਗੁਰੂ ਘਰ ਪ੍ਰਤੀ ਵੀ ਸ਼ਰਧਾ ਰੱਖਦਾ ਹੈ, ਇੱਕ ਬਾਦਸ਼ਾਹ ਦਾ ਅਹਿਲਕਾਰ ਹੈ, ਸਿਆਣਾ ਸਲਾਹਕਾਰ ਹੈ, ਉਹਨੇ ਬਾਦਸ਼ਾਹ ਨੇ ਜਦੋਂ ਦੁਬਾਰਾ ਗੁੱਸੇ ਦੇ ਵਿੱਚ ਆ ਕੇ ਕੋਈ ਐਲਾਨ ਕਰਨਾ ਹੈ ਤੇ ਉਹਨਾਂ ਨੇ ਸਮਝਾਇਆ ਹੈ। ਕਹਿਣ ਲੱਗੇ, ਬਾਦਸ਼ਾਹ, ਗੁਰੂ ਨਾਨਕ ਸਾਹਿਬ ਜੀ ਵੱਡੇ ਪੀਰ ਹੋਏ ਹਨ ਤੇ ਬਾਬਰ ਨੇ ਮੱਥਾ ਲਾਇਆ ਸੀਗਾ, ਪਰ ਬਾਅਦ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਤੇ ਭੁੱਲ ਦੀ ਖਿਮਾ ਵੀ ਮੰਗੀ ਸੀਗੀ। ਉਹਨਾਂ ਤੋਂ ਬਾਅਦ ਹਮਾਯੂ ਜਿਹੜਾ ਸੀਗਾ ਉਹ ਵੀ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗਿਆ, ਆਸ਼ੀਰਵਾਦ ਲਿਆ। ਤੇ ਹੇ ਬਾਦਸ਼ਾਹ, ਤੁਹਾਡੇ ਤੋਂ ਪਹਿਲਾਂ ਜਿਹੜੇ ਬਾਦਸ਼ਾਹ ਅਕਬਰ ਵਰਗੇ ਵੀ ਹੋਏ ਹਨ, ਉਹ ਵੀ ਕਈ ਵਾਰ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗਏ ਸਨ ਤੇ ਗੁਰੂ ਘਰ ਦੇ ਨਾਮ 'ਤੇ ਉਹਨਾਂ ਨੇ ਜਾਗੀਰ ਵੀ ਲਵਾਈ ਸੀਗੀ। ਔਰ ਇਸੇ ਤਰ੍ਹਾਂ ਕਹਿਣ ਲੱਗੇ, ਬਾਅਦ ਵਿੱਚ ਜਿਹੜਾ ਜਹਾਂਗੀਰ ਹੋਇਆ ਹੈ ਉਹਨੂੰ ਵੀ ਜਦੋਂ ਉਹਨੇ ਛੇਵੇਂ ਪਾਤਸ਼ਾਹ ਜੀ ਨੂੰ ਕਿਲ੍ਹੇ ਦੇ ਵਿੱਚ ਬੰਦ ਕਰ ਦਿੱਤਾ ਸੀਗਾ
ਭਿਆਨਕ ਡਰਾਵਨੇ ਸੁਪਨੇ ਆਉਣ ਲੱਗ ਪਏ। ਉਹਦੇ ਮਨ ਦੇ ਵਿੱਚ ਬਹੁਤ ਭਾਰੀ ਚਿੰਤਾ ਅਤੇ ਦੁੱਖ ਹੋਇਆ। ਉਹਦਾ ਚੈਨ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਫਿਰ ਆਖਰਕਾਰ ਉਹਨੇ 6ਵੇਂ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾ ਕਰਕੇ ਅਤੇ ਖਿਮਾ ਮੰਗੀ। ਅਤੇ ਬਾਅਦ ਵਿੱਚ ਜਹਾਂਗੀਰ ਨੇ ਕਦੇ ਸਤਿਗੁਰਾਂ ਦੇ ਨਾਲ ਮੱਥਾ ਨਹੀਂ ਲਾਇਆ, ਯੁੱਧ ਨਹੀਂ ਕੀਤਾ, ਹਮੇਸ਼ਾ ਨਿਮਰਤਾ ਦੇ ਵਿੱਚ ਰਿਹਾ ਹੈ। ਇਸ ਕਰਕੇ ਹੇ ਬਾਦਸ਼ਾਹ, ਜਦੋਂ ਜਦੋਂ ਕਿਸੇ ਨੇ ਮੱਥਾ ਲਾਇਆ ਹੈ ਗੁਰੂ ਘਰ ਦੇ ਨਾਲ, ਅਤੇ ਉਦੋਂ ਬਹੁਤ ਵੱਡਾ ਨੁਕਸਾਨ ਹੋਇਆ ਅਤੇ ਹਰੇਕ ਬਾਦਸ਼ਾਹ ਨੂੰ ਝੁਕਣਾ ਪਿਆ ਹੈ। ਇਸ ਕਰਕੇ ਸਾਡਾ ਭਲਾ ਇਹਦੇ ਵਿੱਚ 3 ਜੰਗ ਅਸੀਂ ਕਰ ਚੁੱਕੇ ਹਾਂ ਅਤੇ 3 ਹੀ ਹਾਰ ਗਏ। ਅਤੇ ਸਾਡੀ ਭਲਾਈ ਇਹਦੇ ਵਿੱਚ ਆ, ਜੇ ਤੁਸੀਂ ਸਾਡੀ ਸਲਾਹ ਪੁੱਛਦੇ ਹੋ, ਗੁਰੂ ਘਰ ਦੇ ਨਾਲ ਮੱਥਾ ਲਾਉਣਾ ਠੀਕ ਨਹੀਂ ਹੈ। ਉਹ ਇਕੱਲਾ ਦੁਨਿਆਵੀ ਇੱਕ ਸੰਸਾਰੀ ਯੋਧਾ ਨਹੀਂ ਹੈ। 6ਵੇਂ ਪਾਤਸ਼ਾਹ ਬਹੁਤ ਵੱਡੇ ਫਕੀਰ ਹਨ, ਗੁਰੂ ਹਨ, ਅਤੇ ਜਾਹਰ ਪੀਰ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ 'ਤੇ ਸੁਭਾਏਮਾਨ ਹਨ। ਇਸ ਕਰਕੇ ਇਕੱਲਾ ਉਹਨਾਂ ਨੂੰ ਇੱਕ ਯੋਧਾ ਨਾ ਜਾਣਿਓ, ਉਹ ਗੁਰੂ ਵੀ ਹਨ। ਅਤੇ ਪੀਰਾਂ ਫਕੀਰਾਂ ਦੇ ਨਾਲ ਮੱਥਾ ਲਾਉਣਾ ਸਾਨੂੰ ਸ਼ੋਭਦਾ ਨਹੀਂ ਹੈ। ਜਦੋਂ ਇਹ ਗੱਲ ਸਮਝਾਈ ਹੈ ਅਤੇ ਬਾਦਸ਼ਾਹ ਦੇ ਮਨ ਦੇ ਵਿੱਚ ਇਹ ਗੱਲ ਬੈਠ ਗਈ ਹੈ ਕਿ ਠੀਕ ਹੈ, ਵੱਡਾ ਨੁਕਸਾਨ ਪਹਿਲਾਂ ਵੀ 3 ਵਾਰੀ ਜੰਗ ਕਰਕੇ ਅਸੀਂ ਕਰਾਇਆ ਹੈ। ਇੱਕ ਵਾਰੀ 7000 ਦੀ ਫੌਜ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਰਾਤ ਵੇਲੇ ਟੁੱਟ ਕੇ ਪੈ ਗਈ ਸੀ, ਬਾਦਸ਼ਾਹ ਦੀ ਹਾਰ ਗਈ। ਇੱਕ ਵਾਰੀ ਜਲੰਧਰ ਦੀ ਫੌਜ 15000 ਦੀ ਗਿਣਤੀ ਦੇ ਵਿੱਚ ਆਈ ਹੈ, ਅਬਦੁਲ ਖਾਨ ਦੀ ਅਗਵਾਈ ਦੇ ਵਿੱਚ, ਉਦੋਂ ਵੀ ਵੱਡੀ ਹਾਰ ਹੋਈ ਹੈ। ਹੁਣ 35000 ਦੀ ਜਿਹੜੀ ਫੌਜ ਹੈ ਇਹ ਵੀ ਹਾਰ ਗਈ ਹੈ। ਅਤੇ ਬਾਦਸ਼ਾਹ ਨੇ ਮੰਨ ਲਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਇਹਦੇ ਨਾਲ ਮੱਥਾ ਲਾਉਣਾ ਠੀਕ ਨਹੀਂ ਹੈ। ਅਤੇ ਹੁਣ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 8 ਦਿਨ ਹੋ ਗਏ ਹਨ ਉਸ ਯੁੱਧ ਵਾਲੇ ਥਾਂ 'ਤੇ। ਸਤਿਗੁਰਾਂ ਨੇ ਜਿੱਥੇ ਸਰੀਰ ਸਾਂਭੇ ਹਨ, ਆਪਣੇ ਯੋਧਿਆਂ ਦੇ ਜਿਹੜੇ 1200 ਦੇ ਕਰੀਬ ਸਿੱਖ ਸ਼ਹੀਦ ਹੋਏ ਸਨ, ਉੱਥੇ ਨਾਲ ਹੀ ਜਿਹੜੇ ਦੁਸ਼ਮਣਾਂ ਦੀ ਫੌਜ ਹੈ ਉਹਨਾਂ ਦੇ ਸਰੀਰ ਵੀ ਸੰਭਾਲ ਲੈ ਗਏ ਹਨ, ਉਹਨਾਂ ਦੇ ਧਰਮਾਂ ਦੀ ਮਰਿਆਦਾ ਦੇ ਮੁਤਾਬਕ। ਔਰ ਹੁਣ ਵੱਡਾ ਦਰਬਾਰ ਸੱਜਦਾ ਹੈ, ਸੰਗਤ ਇਕੱਤਰ ਹੁੰਦੀ ਹੈ, ਅਤੇ ਗਰੀਬ ਨਿਵਾਜ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਇੱਕ ਦਿਨ ਰਾਏ ਜੋਧ ਅਤੇ ਉਹਦੇ ਭਰਾ ਸਲੀਮ ਸ਼ਾਹ ਨੇ ਬੇਨਤੀ ਕੀਤੀ ਹੈ। ਕਹਿਣ ਲੱਗੇ, ਪਾਤਸ਼ਾਹ, ਗਰੀਬ ਨਿਵਾਜ 8 ਦਿਨ ਹੋ ਗਏ ਹਨ, ਬਾਦਸ਼ਾਹ ਨੂੰ ਸੁਨੇਹਾ ਮਿਲ ਗਿਆ ਹੋਏਗਾ, ਅਤੇ ਜੇ ਉਹਨੇ ਕੋਈ ਕਾਰਵਾਈ ਕਰਨੀ ਹੁੰਦੀ ਤਾਂ ਹੁਣ ਨੂੰ ਸੈਨਾ ਨੇ ਦੁਬਾਰਾ ਆ ਜਾਣਾ ਸੀਗਾ, ਅਤੇ ਨਗਾਰਿਆਂ ਦੀ ਆਵਾਜ਼ ਗੂੰਜ ਜਾਣੀ ਸੀਗੀ, ਅਤੇ ਜਾਂ ਸਾਡੇ ਜਿਹੜੇ ਸੂਈਏ ਹਨ ਉਹਨਾਂ ਨੇ ਖਬਰ ਦੇ ਦੇਣੀ ਸੀਗੀ ਕਿ ਸੈਨਾ ਉੱਥੋਂ ਚੱਲ ਪਈ ਹੈ। ਹੁਣ ਇੰਝ ਲੱਗਦਾ ਹੈ ਕਿ ਬਾਦਸ਼ਾਹ ਸ਼ਾਂਤ ਹੋ ਕੇ ਬੈਠ ਗਿਆ ਹੈ, ਹੁਣ ਬਾਦਸ਼ਾਹ ਕੋਈ ਸੈਨਾ ਨਹੀਂ ਭੇਜੇਗਾ। ਅਤੇ ਗਰੀਬ ਨਿਵਾਜ, ਅਸੀਂ ਇੱਥੇ ਕਾਂਗੜ ਨਗਰ ਨੂੰ ਛੱਡ ਕੇ ਅਤੇ ਇੱਥੇ ਆਏ ਸੀਗੇ ਗੁਰੂਸਰ, ਇਹ ਜਿਹੜਾ ਮਹਾਰਾਜ ਦੇ ਕੋਲ ਜਿੱਥੇ ਪਾਤਸ਼ਾਹ ਜੀ ਨੇ ਜੰਗ ਕੀਤਾ ਹੈ। ਕਹਿਣ ਲੱਗੇ, ਇੱਥੇ ਅਸੀਂ ਜੰਗ ਕਰਨ ਵਾਸਤੇ ਆਏ ਸੀਗੇ, ਪਾਤਸ਼ਾਹ ਜੰਗ ਹੋ ਚੁੱਕਾ ਹੈ, ਕਾਰਜ ਸਾਡੇ ਜਿਹੜੇ ਹਨ ਉਹ ਰਾਸ ਹੋ ਚੁੱਕੇ ਹਨ, ਆਓ ਤੁਸੀਂ ਸਾਡੇ ਨਗਰ ਦੇ ਵਿੱਚ ਦੁਬਾਰਾ ਫਿਰ ਭਾਗ ਲਾਓ। ਸਾਡਾ ਜਿਹੜਾ ਕਾਂਗੜ ਪਿੰਡ ਹੈ, ਜਿੱਥੇ ਪਾਤਸ਼ਾਹ ਤੁਸੀਂ ਪਹਿਲਾਂ ਵੀ ਨਿਹਾਲ ਕੀਤਾ ਹੈ, ਤਾਰਿਆ ਹੈ, ਉੱਥੇ ਪਾਤਸ਼ਾਹ ਸਾਡੀ ਬੇਨਤੀ ਹੈ ਤੁਸੀਂ ਫਿਰ ਆਓ। ਗਰੀਬ ਨਿਵਾਜ 6ਵੇਂ ਪਾਤਸ਼ਾਹ ਜੀ ਉਹਨਾਂ ਦੀ ਬੇਨਤੀ ਸਰਵਣ ਕਰਦੇ ਹਨ। ਆਓ ਇਸ ਤੋਂ ਜਿਹੜਾ ਅਗਲੇ ਦਾ ਇਤਿਹਾਸ ਹੈ, ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਅਗਲਾ ਜਿਹੜਾ ਪ੍ਰਸੰਗ ਹੈ ਸਰਵਣ ਕਰੀਏ। ਇੱਕ ਵਾਰੀ ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਹੋਏ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕਹਿਣ ਲੱਗੇ, ਉਸ ਵੇਲੇ ਫਿਰ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਪਾਤਸ਼ਾਹ ਹੁਣ ਦੋਨਾਂ ਭਰਾਵਾਂ ਦੀ ਸ਼ਰਧਾ ਦੇਖੀ ਹੈ, ਜਿਨ੍ਹਾਂ ਨੇ ਜੰਗ ਦੇ ਵਿੱਚ ਵੀ ਬਹੁਤ ਵੱਡਾ ਸਾਥ ਦਿੱਤਾ ਹੈ। ਪਹਿਲਾਂ 6ਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਆਪਣੇ ਨਗਰ ਦੇ ਵਿੱਚ ਲੈ ਕੇ ਆਏ, ਕਈ ਦਿਨ ਸੇਵਾ ਕੀਤੀ ਹੈ। ਸਲੀਮ ਔਰ ਰਾਏ ਜੋਧ ਸ਼ਾਹ ਨੇ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਦੇ ਵਿੱਚ, ਹੁਕਮ ਦੇ ਵਿੱਚ ਫਿਰ ਰਾਤ ਜਿਹੜੀ 25000 ਵੱਡੀ ਫੌਜ ਨੇ ਹਮਲਾ ਕੀਤਾ ਸੀਗਾ,
3 ਵਾਰੀ ਫੌਜ ਆਈ ਸੀਗੀ। ਉਹਨਾਂ ਦਾ ਮੁਕਾਬਲਾ ਇਹਨਾਂ ਦੋਵਾਂ ਭਰਾਵਾਂ ਨੇ ਕੀਤਾ ਸੀਗਾ ਅੱਗੇ ਹੋ ਕਰਕੇ। ਇੱਕ ਰਾਏ ਜੋਧ ਸ਼ਾਹ ਅਤੇ ਇੱਕ ਇਹਦਾ ਭਰਾ ਸਲੇਮ ਸ਼ਾਹ, 2 ਸੈਨਾਪਤੀ ਸਤਿਗੁਰਾਂ ਦੇ ਸਨ। ਇਹਨਾਂ ਨੇ ਬੜੀ ਵੀਰਤਾ ਦੇ ਨਾਲ ਜੰਗ ਕੀਤਾ ਅਤੇ ਕਈ ਫੱਟ ਇਹਨਾਂ ਦੇ ਸਰੀਰ 'ਤੇ ਲੱਗੇ ਹੋਏ ਹਨ। ਹੁਣ ਕੁਝ ਦਿਨ ਮਲਮ ਪੱਟੀ ਕੀਤੀ ਗਈ ਹੈ, ਸਰੀਰ ਪਹਿਲਾਂ ਨਾਲੋਂ ਠੀਕ ਹੋਇਆ ਹੈ ਅਤੇ ਵਾਪਸ ਚੱਲਣ ਦੀ ਤਿਆਰੀ ਕਰ ਰਹੇ ਹਨ। 6ਵੇਂ ਪਾਤਸ਼ਾਹ ਜੀ ਨੂੰ ਬਚਨ ਕੀਤਾ, ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਨਗਰ ਦੇ ਵਿੱਚ ਚਰਨ ਪਾਓ ਅਤੇ ਜੁਗ ਭਰਾਤਨ ਕੀ ਸ਼ਰਧਾ ਲਖ ਕਰ ਭਏ ਪ੍ਰਸੰਨ ਬਿਲੰਦ ਕਿਰਪਾਲ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ 'ਤੇ ਬੜੇ ਖੁਸ਼ ਪ੍ਰਸੰਨ ਹਨ। ਤੇ 6ਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਠੀਕ ਹੈ ਭਾਈ, ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ, ਚੱਲੇ ਤੁਮਾਰੇ ਪੁਰ ਇੱਕ ਵਾਰ ਹੀ, ਅਸੀਂ ਫਿਰ ਇੱਕ ਵਾਰ ਤੁਹਾਡੇ ਨਗਰ ਦੇ ਵਿੱਚ ਜ਼ਰੂਰ ਜਾਵਾਂਗੇ, ਜ਼ਰੂਰ ਉੱਥੇ ਰਹਾਂਗੇ। ਰਹੇ ਕਿਤਕ ਦਿਨ ਮਿਲਣ ਵਿਸਾਲ, ਕਈ ਦਿਨ ਅਸੀਂ ਉੱਥੇ ਰਹਿ ਕਰਕੇ ਔਰ ਤੁਹਾਡੀ ਜਿਹੜੀ ਇੱਛਾ ਇਹ ਪੂਰੀ ਕਰਾਂਗੇ। ਤੇ ਗਰੀਬ ਨਿਵਾਜ ਸਤਿਗੁਰਾਂ ਨੇ ਫਿਰ ਇਸ ਤਰ੍ਹਾਂ ਬਚਨ ਕਰਦਿਆਂ ਹੋਇਆਂ ਜਿਹੜਾ ਰਾਏ ਜੋਧ ਸ਼ਾਹ, ਉਹਦਾ ਜਿਹੜਾ ਭਰਾ ਹੈ ਸਲੇਮ ਸ਼ਾਹ, ਕੁਝ ਕੁ ਸੈਨਿਕਾਂ ਨੂੰ ਨਾਲ ਲੈ ਕਰਕੇ ਉਹ ਚੱਲ ਪਿਆ ਹੈ। ਅਤੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਕਿ ਭਾਈ ਅਸੀਂ ਆਵਾਂਗੇ, ਇੱਕ ਰਾਤ ਉਸ ਧਰਤੀ 'ਤੇ ਹੋਰ ਪਾਤਸ਼ਾਹ ਜੀ ਨੇ ਅਖੀਰਲੀ ਰਾਤ ਉੱਥੇ ਬਤੀਤ ਕੀਤੀ ਹੈ। ਤੇ ਜਦੋਂ ਸੁਬਹ ਹੋਈ ਹੈ ਜੰਗ ਵਾਲੇ ਥਾਂ 'ਤੇ ਅੱਜ 9ਵੇਂ ਦਿਨ 6ਵੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਫਿਰ ਉਸ ਜਗ੍ਹਾ ਨੂੰ ਛੱਡ ਕੇ ਅੱਗੇ ਚੱਲਣ ਵਾਲੇ ਜਿਹੜੇ ਨਗਾਰੇ ਹਨ ਉਹਨਾਂ ਦੇ ਉੱਪਰ ਚੋਟ ਲੱਗੀ ਹੈ, ਜਿਹਦੀ ਇੱਕ ਸੁਨੇਹਾ ਹੈ ਕਿ ਸਾਰੀ ਫੌਜ ਝਾਟੀ ਤਿਆਰ ਬਰ ਤਿਆਰ ਹੋ ਜਾਵੇ। ਅਤੇ ਕਹਿਣ ਲੱਗੇ ਪ੍ਰਾਂਤ ਭਏ ਦੁੱਧਪ ਵੱਜਿਓ ਪਰੇ ਹਾਇਨ ਪਰ ਜੀਨ ਉਤਾਲ। ਅਤੇ ਸਾਰੇ ਸਿੱਖਾਂ ਨੇ ਕਾਹਲੀ ਦੇ ਨਾਲ ਆਪਣੇ ਆਪਣੇ ਘੋੜਿਆਂ 'ਤੇ ਕਾਠੀਆਂ ਕੱਸ ਲਈਆਂ ਹਨ। ਜਾਨ ਭਾਈ ਪਰ ਸੁੰਦਰ ਸਵਰਨ ਜਗਤ ਜੀਨ ਤਬ ਪਾਏ। ਤੇ ਗਰੀਬ ਨਿਵਾਜ 6ਵੇਂ ਪਾਤਸ਼ਾਹ ਜੀ ਨੇ 2 ਜਿਹੜੇ ਘੋੜੇ ਬਾਬਾ ਬਿਧੀ ਚੰਦ ਕਿਲ੍ਹੇ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ ਹੈ। ਅਤੇ ਇਹ ਜਿਹੜੇ ਗਰੀਬ ਨਿਵਾਜ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੰਗਤ ਕਾਬਲ ਦੀ ਨੇ ਭੇਟ ਕੀਤੇ ਹਨ। ਦਿਲਬਾਗ ਅਤੇ ਗੁਲਬਾਗ, ਜਿਹੜਾ ਗੁਲਬਾਗ ਘੋੜਾ ਹੈ ਉਹ ਇਸ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਹੈ, ਉਹ ਪ੍ਰਾਣ ਛੱਡ ਗਿਆ। ਅਤੇ ਹੁਣ ਜਿਹੜਾ ਗੁਲਬਾਗ ਘੋੜਾ ਹੈ ਜਿਹਨੂੰ ਪਾਤਸ਼ਾਹ ਜੀ ਜਾਨ ਭਾਈ ਕਹਿੰਦੇ ਸਨ, ਉਹਦੇ 'ਤੇ ਕਾਠੀ ਗੁਰੂ ਕੇ ਪਿਆਰਿਆਂ ਨੇ ਸਤਿਗੁਰਾਂ ਦੀ ਸਵਾਰੀ ਵਾਸਤੇ ਕੱਸੀ ਹੈ। ਤੇ ਘੋੜੇ ਵਾਸਤੇ ਬਹੁਤ ਸੁੰਦਰ, ਜਿੱਥੇ ਕਾਠੀ ਦੇ ਉੱਪਰ ਬੇਅੰਤ ਤਰ੍ਹਾਂ ਦਾ ਸੋਨਾ ਕਈ ਤਰ੍ਹਾਂ ਦੇ ਨਾਲ ਉੱਥੇ ਲਾਇਆ ਹੋਇਆ ਹੈ ਕਾਠੀ ਦੇ ਉੱਪਰ। ਉੱਥੇ ਕਈ ਹੋਰ ਵੀ ਜਿਹੜੇ ਘੋੜੇ ਨੂੰ ਪਹਿਨਾਉਣ ਵਾਲੇ ਕੁਝ ਜਿਹੜੇ ਗਹਿਣੇ ਤਿਆਰ ਕੀਤੇ ਸਨ, ਜਿਨ੍ਹਾਂ ਨੂੰ ਲਾ ਕਰਕੇ ਤੇ ਘੋੜਾ ਪਾਤਸ਼ਾਹ ਜੀ ਦਾ ਸ਼ਿੰਗਾਰਿਆ ਗਿਆ ਹੈ। ਤੇ 6ਵੇਂ ਪਾਤਸ਼ਾਹ ਜੀ ਨੇ ਵੀ ਆਪ ਸੁੰਦਰ ਜਿਹੜੀਆਂ ਪੁਸ਼ਾਕਾਂ ਉਹ ਪਹਿਨੀਆਂ ਹਨ, ਸਰੀਰ 'ਤੇ ਧਾਰਨ ਕੀਤੀਆਂ ਹਨ। ਔਰ ਉਹਨਾਂ ਦੇ ਵਿੱਚ ਵੀ ਜਿਹੜੀ ਕਲਗੀ ਹੈ ਜਾਂ ਸ਼ਸਤਰ ਹਨ ਜਾਂ ਵਸਤਰ ਹਨ, ਉਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦਾ ਸੁੰਦਰ ਜਿਹੜਾ ਸੋਨਾ ਉਹ ਜੜਿਆ ਹੋਇਆ ਹੈ। ਕੀਮਤੀ ਸ਼ਸਤਰ ਪਾਤਸ਼ਾਹ ਜੀ ਨੇ ਧਾਰਨ ਕੀਤੇ ਹਨ। ਤੇ ਸਾਰੇ ਜਿਹੜੇ ਸਾਥੀ ਹਨ ਸੈਨਿਕ ਯੋਧੇ ਪਾਤਸ਼ਾਹ ਜੀ ਦੇ ਸਾਰੇ ਤਿਆਰ ਹੋ ਗਏ ਹਨ ਕਿ ਨਗਾਰੇ ਖੜਕ ਗਏ ਹਨ। ਹੁਣ ਪਾਤਸ਼ਾਹ ਜੀ ਕੁਝ ਸਮੇਂ ਬਾਅਦ ਚੱਲ ਪੈਣਗੇ ਅਤੇ ਸਤਿਗੁਰੂ ਜੀ ਵੀ ਤਿਆਰ ਹੋ ਗਏ ਅਤੇ ਗੁਰੂ ਕੇ ਸਿੱਖ ਵੀ ਤਿਆਰ ਹੋ ਗਏ ਅਤੇ ਦੁਬਾਰਾ ਫਿਰ ਹੁਣ ਨਗਾਰਾ ਖੜਕਿਆ ਹੈ ਅਤੇ ਵੱਡੀ ਜਿਹੜੀ ਸੈਨਾ ਉਹ ਚੱਲੀ ਹੈ। ਔਰ ਨੇੜੇ ਹੀ ਇੱਕ ਇੱਥੇ ਨਿਥਾਣਾ ਨਾਮਕ ਇੱਕ ਨਗਰ ਹੈ, ਛੋਟਾ ਜਿਹਾ ਪਿੰਡ ਹੈ।
ਜਿੱਥੇ ਇੱਕ ਬਹੁਤ ਪਿਆਰਾ ਪੰਚਮ ਪਾਤਸ਼ਾਹ ਜੀ ਦੇ ਵੇਲੇ ਤੋਂ ਇੱਕ ਭਗਤ, ਇੱਕ ਸਿੱਖ ਵਸਦਾ ਹੈ, ਜਿਹਨੂੰ ਨਾਥ ਕਹਿੰਦੇ ਸਨ ਲੋਕ। ਗ੍ਰਾਮ ਨਿਥਾਣਾ ਹੁਤੋ ਨਿਕਟ ਹੀ ਤਿਸਮੈ ਕਾਲੂ ਨਾਥ ਰਹੰਤ। ਉੱਥੇ ਇੱਕ ਕਾਲੂ ਨਾਥ ਗੁਰੂ ਘਰ ਦੇ ਵਿੱਚ ਸ਼ਰਧਾ ਰੱਖਣ ਵਾਲਾ ਪਿਆਰਾ ਜਿਹੜਾ ਇੱਕ ਤਪਸਵੀ ਹੈ, ਉੱਥੇ ਰਹਿੰਦਾ ਹੈ। ਇੱਕ ਆਪਣੇ ਪਿਆਰੇ ਨੂੰ, ਇੱਕ ਸੇਵਕ ਨੂੰ ਸਤਿਗੁਰਾਂ ਨੇ ਭੇਜਿਆ ਤੇ ਕਹਿਣ ਲੱਗੇ ਜਾਓ ਭਾਈ, ਇੱਥੇ ਇੱਕ ਨਾਥ ਹੈ, ਪਰਮੇਸ਼ਰ ਦਾ ਪਿਆਰਾ, ਜਿਹੜਾ ਸਾਨੂੰ ਵੀ ਵਾਰ-ਵਾਰ ਯਾਦ ਕਰ ਰਿਹਾ ਹੈ ਤੇ ਬੇਨਤੀਆਂ ਕਰਦਾ ਹੈ ਦਰਸ਼ਨ ਦੇਣ ਵਾਸਤੇ। ਕਹਿਣ ਲੱਗੇ ਹੇ ਸਿੱਖੋ ਜਾਓ। ਇੱਕ ਪਾਤਸ਼ਾਹ ਜੀ ਨੇ ਸਿੱਖ ਭੇਜਿਆ ਹੈ, ਗੁਰੂ ਦੇ ਹੁਕਮ ਦੇ ਵਿੱਚ ਉਹ ਗਿਆ ਹੈ ਤੇ ਪਰਖਣ ਕਰਨ ਵਾਸਤੇ। ਸਹਿ ਪਾਤਸ਼ਾਹ ਧੰਨ ਗੁਰੂ ਗ੍ਰਾਮ ਨਿਥਾਣਾ ਕਹਿਣ ਲੱਗੇ ਇੱਕ ਨਰ ਪਠਿਓ ਕਹੇ ਸ਼੍ਰੀ ਸਤਿਗੁਰ ਤਿਸ ਕੋ ਪਰਖੋ ਜਾਏ ਇਕੰਤ। ਬੜਾ ਮਾਲਕ ਦੀ ਬੰਦਗੀ ਦੇ ਵਿੱਚ ਭੇਜਿਆ ਹੋਇਆ, ਬਰਕਤਾਂ ਦਾ ਮਾਲਕ ਹੈ, ਤੇ ਜਾਓ ਉਸ ਨੂੰ ਸੁਨੇਹਾ ਦਿਓ ਤੇ ਭਾਵੇਂ ਉਹਦੀ ਪਰਖ ਵੀ ਕਰ ਲਿਓ। ਉਹ ਪੁੱਜਿਆ ਹੋਇਆ ਹੈ, ਭਗਤੀ ਦੇ ਵਿੱਚ ਲੀਨ ਹੈ। ਔਰ ਉਹਨੂੰ ਖਬਰ ਦਿਓ ਕਿ ਪਾਤਸ਼ਾਹ, ਛੇਵੇਂ ਪਾਤਸ਼ਾਹ ਜੀ ਇੱਧਰ ਦੀ ਲੰਘਣ ਲੱਗੇ ਹਨ ਤੇ ਇਸ ਨਗਰ ਤੋਂ ਬਾਹਰ ਕੁਝ ਸਮਾਂ ਅਸੀਂ ਰੁਕਾਂਗੇ, ਇੱਥੇ ਠਹਿਰਾਂਗੇ। ਤੇ ਉਹਨੂੰ ਜਾ ਕੇ ਇਹ ਸਾਰੀ ਸੁੱਧ ਦਿਓ, ਸਾਡਾ ਜਿਹੜਾ ਸੁਨੇਹਾ ਦੇ ਦੇਵੋ ਕਿ ਭਾਈ ਸਾਨੂੰ ਮਿਲਣਾ ਹੈ ਤੇ ਇੱਥੇ ਨਗਰ ਤੋਂ ਬਾਹਰ ਪਹੁੰਚ ਜਾਵੇ। ਤੇ ਹੁਣ ਗੁਰੂ ਕਾ ਪਿਆਰਾ ਇੱਕ ਚੱਲਿਆ ਹੈ ਸਤਿਗੁਰਾਂ ਦਾ ਸੇਵਕ ਸੁਨੇਹਾ ਲੈ ਕਰਕੇ। ਤੇ ਸੁਣ ਗਮਣਿਓ ਗੁਰ ਤੇ ਸੋ ਪੂਰਬ ਹਿਰਦੇ ਮਨੋਰਥ ਕੋਚਿਤਵੰਤ। ਇਹਨੇ ਮਨ ਦੇ ਵਿੱਚ ਇੱਕ ਕਿ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਪੂਰਨ ਹੈ, ਬਹੁਤ ਬੰਦਗੀ ਵਾਲਾ ਤੇ ਪੁੱਜਿਆ ਹੋਇਆ ਹੈ। ਤੇ ਇਹ ਸਿੱਖ ਨੇ ਮਨ ਦੇ ਵਿੱਚ ਇੱਕ ਪਰਖ ਕਰਨ ਵਾਸਤੇ ਇਹ ਗੱਲ ਸੋਚੀ ਹੈ। ਕਹਿਣ ਲੱਗੇ ਜਿਸ ਸਤਿਗੁਰਾਂ ਨੇ ਉਸ ਬੰਦਗੀ ਵਾਲੇ ਦੀ ਏਡੀ ਵੱਡੀ ਉਸਤਤ ਕੀਤੀ ਹੈ, ਮੈਂ ਜਾ ਕੇ ਪਰਖ ਕਰਾਂਗਾ ਕਿ ਪਹਿਲਾਂ ਕਿ ਉਹ ਵਾਕਈ ਕਿਰਪਾ ਵਾਲਾ ਹੈ, ਵਾਕਈ ਉਹ ਸਾਰਾ ਕੁਝ ਜਾਣਨ ਵਾਲਾ ਹੈ। ਮਨ ਦੀ ਗੱਲ ਜੇ ਤਾਂ ਭਗਤੀ ਦੇ ਵਿੱਚ ਲੀਨ ਹੋਇਆ ਤੇ ਸਾਰਾ ਕੁਝ ਜਾਣਦਾ ਹੋਏਗਾ। ਤੇ ਇਹ ਸਿੱਖ ਜਦੋਂ ਗਿਆ ਹੈ, ਸੁਣ ਗਮਣਿਓ ਗੁਰ ਸਿੱਖ ਗੁਰ ਤੇ ਸੋ ਪੂਰਬ ਹਿਰਦੇ ਮਨੋਰਥ ਕੋ ਚਿਤਵੰਤ। ਇਹਨੇ ਮਨ ਦੇ ਵਿੱਚ ਇੱਕ ਮਨੋਰਥ, ਇੱਕ ਗੱਲ ਰੱਖੀ ਹੈ ਕਿ ਮੈਂ ਦੇਖਦਾ ਹਾਂ ਕਿ ਉਹ ਜਿਹੜਾ ਗੁਰੂ ਦਾ ਪਿਆਰਾ ਹੈ ਉਹ ਇਹ ਗੱਲ ਮੇਰੇ ਮਨ ਦੀ ਜਾਣਦਾ ਹੈ ਕਿ ਨਹੀਂ ਜਾਣਦਾ ਹੈ। ਤੇ ਕਹਿਣ ਲੱਗੇ ਮੇਰੇ ਮਨ ਦੀ ਇੱਛਾ ਹੈ ਕਿ ਇੱਕ ਗੋਰੀ ਜਿਹੜੀ ਗਾਂ ਹੈ ਉਹਦਾ ਦੁੱਧ ਤੇਨ ਗੋਰ ਦੂਧ ਕੇ ਦੋਹੇ ਕਰ ਮੋਹੇ ਕਰਾਵੇ ਪਾਨ ਜੇ ਲਿਆਏ। ਉਹ ਕਿਤੋਂ ਲਿਆ ਕਰਕੇ ਉਸ ਗਾਂ ਦਾ, ਚਿੱਟੀ ਗਾਂ ਦਾ ਜਿਹੜਾ ਦੁੱਧ ਹੈ ਉਹ ਮੈਨੂੰ ਪਿਲਾਵੇ। ਮੇਰੀ ਇੱਛਾ ਹੈ, ਮੈਂ ਦੇਖਦਾ ਹਾਂ ਜੇ ਤਾਂ ਕਿਰਪਾ ਵਾਲਾ ਹੋਇਆ ਇਹ ਗੱਲ ਮੇਰੀ ਬੁੱਝ ਲਏਗਾ, ਜਾਣ ਲਏਗਾ। ਤੇ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰਾਂ ਕਰਦਾ ਹੋਇਆ ਇਹ ਗੁਰੂ ਕਾ ਜਿਹੜਾ ਸਿੱਖ ਹੈ ਇਹ ਉਹਦੇ ਕੋਲ ਗਿਆ। ਤਾਂ ਅਜਮਤ ਜੁਤ ਨਾਥ ਪਛਾਨੋ, ਮੈਂ ਤਾਂ ਉਹਨੂੰ ਅਜਮਤਾਂ ਵਾਲਾ, ਬਰਕਤਾਂ ਵਾਲਾ ਨਾਥ ਪਛਾਣਾਂਗਾ। ਪਹੁੰਚੋ ਨਿਕਟ ਚਿਤਵ ਇਹ ਭਾਏ, ਜੇ ਇਹ ਮੇਰੀ ਗੱਲ ਬਿਨਾਂ ਕਿਉਂ ਉਹ ਬੁੱਝ ਲਏਗਾ। ਤੇ ਜਾ ਕਰਕੇ ਵੰਦਨਾ ਕੀਤੀ ਹੈ ਤੇ ਗੁਰੂ ਕਾ ਜਿਹੜਾ ਪਿਆਰਾ ਇਹ ਭਗਤ ਹੈ ਮਿਲਿਓ ਜਾਏ ਕਰ ਬੰਧਨ ਬੈਠਿਓ, ਕੋਲ ਬੈਠ ਗਿਆ। ਤਬ ਕਾਲੂ ਔਰ ਮੈਂ ਲਖ ਪਾਏ। ਤੇ ਜਿਹੜਾ ਕਾਲੂ ਹੈ ਗੁਰੂ ਕਾ ਪਿਆਰਾ, ਉਹਨੇ ਜਾਣ ਲਿਆ ਕਿ ਗੁਰੂ ਕਾ ਸਿੱਖ ਜਿਹੜਾ ਆਇਆ ਹੈ ਇਹਦੇ ਮਨ ਦੇ ਵਿੱਚ ਕੀ ਇੱਛਾ ਹੈ। ਤੇ ਪਹਿਲਾਂ ਉਹਨੇ ਇਹਦਾ ਹਾਲ ਚਾਲ ਪੁੱਛਿਆ ਹੈ ਤੇ ਫਿਰ ਕੁਝ ਕੁ ਬਚਨ ਪੁੱਛੇ ਹਨ। ਕਹਿਣ ਲੱਗੇ ਕਿ ਭਾਈ ਬਹੁਤ ਵੱਡਾ ਜਿਹੜਾ ਜੰਗ ਮੱਚਿਆ ਸੀਗਾ, ਬਹੁਤ ਵੱਡਾ ਯੁੱਧ ਸਤਿਗੁਰਾਂ ਨੇ ਘਮਸਾਨ ਦਾ ਕੀਤਾ, ਉਹਦਾ ਕੀ ਕੀ ਹਾਲ ਹੋਇਆ। ਕੁਝ ਕੁ ਬਚਨ ਇਸ ਸੰਬੰਧ ਵਿੱਚ ਉਸ ਗੁਰੂ ਕੇ ਦਾਸ ਨੇ ਪੁੱਛੇ ਹਨ।
ਫਿਰ ਉੱਠ ਕਰਕੇ ਇੱਕ ਜਿਹੜੀ ਗਾਂ ਹੈ, ਗੋਰੀ ਗਾਂ, ਉਹ ਸਾਹਮਣੇ ਲਿਆ ਕਰਕੇ ਸੇਵਕ ਨੂੰ ਦਿਖਾ ਕਰਕੇ ਉਹਦਾ ਜਿਹੜਾ ਦੁੱਧ ਹੈ ਇਸ ਨਾਥ ਨੇ ਚੋਇਆ ਹੈ। ਤੇ ਉਸ ਵੇਲੇ ਫਿਰ ਕਹਿਣ ਲੱਗੇ ਕਿ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਸਿੱਖ ਦਾ ਬੜਾ ਵੱਡਾ ਉਹਨੇ ਸਨਮਾਨ ਕੀਤਾ ਹੈ। ਤਪਤ ਠਾਨ ਤਬ ਪਾਨ ਕਰਨ ਕੋ ਸ਼੍ਰੀ ਸਤਿਗੁਰ ਨਰ ਕੋ ਦੀਨ। ਫਿਰ ਉਸ ਦੁੱਧ ਨੂੰ ਚੋਕ ਕਰਕੇ ਗਰਮ ਕੀਤਾ ਹੈ ਤੇ ਬੜੇ ਅਦਬ ਸਤਿਕਾਰ ਦੇ ਨਾਲ ਗੁਰੂ ਕੇ ਸਿੱਖ ਨੂੰ ਉਹਦੀ ਇੱਛਾ ਦੇ ਮੁਤਾਬਕ, ਜੋ ਉਹਦੀ ਭਾਵਨਾ ਸੀਗੀ, ਉਹਦੇ ਮੁਤਾਬਕ ਇਹਨੂੰ ਦੁੱਧ ਛਕਾਇਆ ਹੈ। ਔਰ ਫਿਰ ਇਹ ਜਦੋਂ ਦੁੱਧ ਛਕ ਕੇ ਤ੍ਰਿਪਤ ਹੋ ਗਿਆ, ਬੜਾ ਗੁਰੂ ਕਾ ਸਿੱਖ ਪ੍ਰਸੰਨ ਹੋਇਆ, ਖੁਸ਼ ਹੋਇਆ। ਧੰਨ ਹੈ ਗੁਰੂ ਤੇ ਧੰਨ ਹਨ ਉਹਨਾਂ ਦੇ ਭਗਤ ਪਿਆਰੇ ਮਹਾਂਪੁਰਸ਼, ਜਿਹੜੇ ਬਿਨਾਂ ਕੁਛ ਦੱਸਿਆ ਸਾਰਾ ਕੁਛ ਜਾਣਨ ਦੀ ਸਮਰੱਥਾ ਰੱਖਦੇ ਹਨ। ਕੋਈ ਭਗਤੀ ਕਰਨ ਵਾਲਾ ਜਦੋਂ ਬੰਦਗੀ ਦੇ ਵਿੱਚ ਲੀਨ ਹੋ ਜਾਂਦਾ ਹੈ, ਬ੍ਰਹਮ ਗਿਆਨੀ ਸਰਬ ਕਾ ਗਿਆਤਾ, ਉਹਦੇ ਕੋਲੋਂ ਕੁਛ ਓਹਲੇ ਨਹੀਂ ਰਹਿ ਜਾਂਦਾ, ਉਹ ਮਨ ਦੀ ਵੀ ਗੱਲ ਜਿਹੜੀ ਹੈ ਉਹ ਬੁੱਝ ਸਕਦਾ ਹੈ। ਹੁਣ ਗੁਰੂ ਕਾ ਸਿੱਖ ਜਿਹੜਾ ਬੜਾ ਖੁਸ਼ ਹੋਇਆ ਕਿ ਇਹ ਜਿਹੜਾ ਦਾਸ ਹੈ, ਇਹ ਭਗਤੀ ਕਰਨ ਵਾਲਾ, ਇਹ ਜਿਹੜਾ ਨਾਥ ਹੈ, ਇਹ ਕਰਾਮਾਤਾਂ ਸਹਿਤ ਹੈ। ਤੇ ਕਹਿਣ ਲੱਗੇ ਉਸ ਵੇਲੇ ਫਿਰ ਸ਼੍ਰੀ ਹਰਗੋਬਿੰਦ ਕੋ ਆ ਗਵਨੁ ਕਰਿਓ ਸੁਨਾਵਨ ਸਮਤ ਪ੍ਰਵੀਨ। ਤੇ ਬਚਨ ਕੀਤਾ ਹੈ, ਕਹਿਣ ਲੱਗੇ ਹੇ ਸੰਤ ਜੀ, ਛੇਵੇਂ ਪਾਤਸ਼ਾਹ ਜੀ ਨੂੰ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਹੋ, ਜੰਗ ਜਿੱਤਣ ਤੋਂ ਬਾਅਦ ਉਹ ਕਾਂਗੜ ਪਿੰਡ ਵਾਲੇ ਪਾਸੇ ਜਾ ਰਹੇ ਹਨ। ਤੇ ਕਹਿਣ ਲੱਗੇ ਉਹ ਪਾਤਸ਼ਾਹ ਜੀ ਇਸ ਤੁਹਾਡੇ ਇਲਾਕੇ ਦੇ ਵਿੱਚ ਥੋੜ੍ਹਾ ਜਿਹਾ ਬਾਹਰ ਇੱਥੇ ਕੁਝ ਸਮਾਂ ਰੁਕਣਗੇ, ਇੱਥੇ ਠਹਿਰਨ ਵਾਲੇ ਹਨ। ਤੇ ਮੈਨੂੰ ਉਹਨਾਂ ਨੇ ਪਹਿਲਾਂ ਭੇਜਿਆ ਹੈ ਕਿ ਜਾਓ ਉਹਨਾਂ ਨੂੰ ਸੁਚੇਤ ਕਰ ਦੇਵੋ, ਸੁਨੇਹਾ ਦਿਓ ਜੀ। ਤੇ ਕਹਿਣ ਲੱਗੇ ਇਸ ਤਰ੍ਹਾਂ ਹੁਣ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਪਿਆਰੇ ਸਿੱਖ ਨੇ ਉਸ ਸੰਤ ਨੂੰ ਨਮਸਕਾਰ ਕੀਤੀ ਹੈ। ਤੇ ਨਮਸਕਾਰ ਕਰਨ ਤੋਂ ਬਾਅਦ ਜਿੱਧਰ ਪਾਤਸ਼ਾਹ ਜੀ ਨੇ ਆਉਣਾ ਹੈ, ਜਿਸ ਪਾਸਿਓਂ ਇਹ ਉਧਰ ਚੱਲਿਆ ਹੈ। ਤੇ ਕੁਝ ਕੁ ਸਮੇਂ ਬਾਅਦ ਬਹੁਤ ਵੱਡੀ ਸੈਨਾ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੈ। ਬਰਿੰਦ ਤੁਰੰਗਮ ਕੀ ਸਭ ਨਿਕਸਿਓ, ਇਤਨੇ ਵਿਖੇ ਗੁਰੂ ਚਲ ਆਏ। ਤੇ ਕਹਿਣ ਲੱਗੇ ਕਿ ਬਹੁਤ ਵੱਡੀ ਸੈਨਾ ਦੇ ਸਮੇਤ ਗਰੀਬ ਨਿਵਾਜ, ਬਹੁਤ ਵੱਡੇ ਯੋਧੇ ਰਾਏ ਜੋਧਸ਼ਾਹ ਨਾਲ ਹੈ, ਇਹਦੀ ਸੈਨਾ ਨਾਲ ਹੈ, ਸਤਿਗੁਰਾਂ ਦੇ ਯੋਧੇ ਨਾਲ ਹਨ। ਵੱਡੀ ਜਿਹੜੀ ਸੈਨਾ ਹੈ, ਸਾਰੇ ਰਲ ਕੇ ਇੱਥੇ ਪਹੁੰਚੇ ਹਨ। ਤੇ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ, ਕਿਉਂਕਿ ਬਹੁਤ ਵੱਡਾ ਜਿਹੜਾ ਜੰਗ ਹੈ ਉਹ ਜਿੱਤਿਆ ਹੈ ਸੈਨਾ ਨੇ। ਜਿੱਥੇ ਸਤਿਗੁਰੂ ਜੀ ਦੀ ਸੈਨਾ ਬੜੀ ਪ੍ਰਸੰਨ ਹੈ, ਉੱਥੇ ਆਸ-ਪਾਸ ਦੇ ਲੋਕ ਗੁਰੂ ਕੀ ਸੰਗਤ ਨੇ ਬਹੁਤ ਵੱਡਾ ਆਦਰ ਮਾਣ ਸਤਿਕਾਰ ਕੀਤਾ ਹੈ ਤੇ ਸਾਰੇ ਬੜੇ ਖੁਸ਼ ਹਨ। ਬਹੁਤ ਵੱਡੇ ਨਗਾਰਿਆਂ ਦੀ ਆਵਾਜ਼ ਆਈ ਹੈ ਤੇ ਵੱਡਾ ਜਿਹੜਾ ਦਲ ਹੈ ਆਇਆ ਹੈ, ਇਸ ਨਗਰ ਦੇ ਵਿੱਚ ਆ ਕੇ ਉਤਾਰਾ ਕੀਤਾ ਹੈ। ਤੇ ਕਹਿਣ ਲੱਗੇ ਵੱਡੀ ਜਿਹੜੀ ਧੂੜ ਹੈ, ਸਤਿਗੁਰਾਂ ਦੇ ਦਲ ਜਿਹੜਾ ਵੱਧ ਰਿਹਾ ਹੈ, ਅੱਗੇ ਆ ਰਿਹਾ ਹੈ, ਘੋੜੇ ਤੇਜ਼ ਦੌੜਦੇ ਹਨ, ਉਹਨਾਂ ਦੇ ਪੈਰਾਂ ਦੇ ਨਾਲ ਧੂੜ ਜਿਹੜੀ ਉੱਡੀ ਹੈ ਉਹਨੇ ਆਕਾਸ਼ ਨੂੰ ਢੱਕ ਲਿਆ ਹੈ। ਵੱਡੀ ਸੈਨਾ ਜੋਸ਼ ਦੇ ਵਿੱਚ ਵੱਖਰੇ ਵੱਖਰੇ ਪਾਸਿਆਂ ਤੋਂ ਛੇਵੇਂ ਪਾਤਸ਼ਾਹ ਜੀ ਦੇ ਮਗਰ ਮਗਰ ਆ ਕਰਕੇ ਇੱਥੇ ਪਹੁੰਚੀ ਹੈ। ਤੇ ਹੁਣ ਇੱਕ ਸੋਹਣੀ ਜਿਹੜੀ ਜਗ੍ਹਾ ਹੈ ਉਹ ਵੇਖ ਕਰਕੇ ਕਹਿਣ ਲੱਗੇ ਕਿ ਹੁਣ ਸੁੰਦਰ ਇੱਕ ਥਾਂ ਨੂੰ ਆ ਕੇ ਗੁਰੂ ਕੇ ਪਿਆਰਿਆਂ ਨੇ ਉਸ ਨਗਰ ਦੇ ਵਿੱਚ ਦੇਖਿਆ ਹੈ ਤੇ ਜਿੱਥੇ ਪਾਣੀ ਦਾ ਵੀ ਸੋਹਣਾ ਪ੍ਰਬੰਧ ਹੈ। ਉਸ ਜਗ੍ਹਾ ਨੂੰ ਦੇਖ ਕੇ ਸੁੰਦਰ ਥਲ ਬਿਲੋਕ ਜਲ ਕਲ ਕੋ ਕਰਿਓ ਨਿਵੇਸ਼ ਗੁਰੂ ਜਗ ਰਾਏ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਗਰ ਨੇ ਵੀ ਸਨਮਾਨ ਕੀਤਾ। ਸੋਹਣੀ ਜਗ੍ਹਾ ਤੇ ਸਤਿਗੁਰਾਂ ਦੀ ਆਓ ਭਗਤ ਸਨਮਾਨ ਤੇ ਉਤਾਰਾ ਕਰਵਾਇਆ ਹੈ।
ਵਿਸਾਲ ਮਿਲੇ ਸਭ ਆਏ। ਤੇ ਬੜੇ ਪਿਆਰ ਦੇ ਨਾਲ ਕਹਿਣ ਲੱਗੇ ਕਿ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਜੀਨ ਉਤਾਰ ਸ਼ਸਤਰ ਭੱਟ ਧਰ ਕਰ ਹੋਤ ਅਰੇਖਾ ਉਤਰੀ ਜੁਤ ਵਿਸਤਾਰ ਬਾਹਨੀ ਨਿਜ ਨਿਜ ਮਿਸਲ ਮਿਲੇ ਸਭ ਆਏ। ਵੱਖਰੇ ਵੱਖਰੇ ਜਿਹੜੇ ਦਲ ਸਨ ਜੰਗ ਦੇ ਮੈਦਾਨ ਦੇ ਵਿੱਚ ਇੱਧਰ ਉੱਧਰ ਜਿਨ੍ਹਾਂ ਦੀਆਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੇਵਾਵਾਂ ਲਾਈਆਂ ਹੋਈਆਂ ਹਨ, ਵੱਖਰੇ ਵੱਖਰੇ ਥਾਵਾਂ 'ਤੇ ਜਿਹੜੇ ਸਨ ਕਈ ਦਿਨਾਂ ਤੋਂ, ਜਿਸ ਤਰ੍ਹਾਂ ਜੰਗੀ ਸੂਰਮੇ ਵੱਖਰੇ ਵੱਖਰੇ ਥਾਵਾਂ 'ਤੇ ਬੈਠਦੇ ਹਨ। ਜੇ ਕਿਤੇ ਅਚਾਨਕ ਫੌਜ ਬਾਦਸ਼ਾਹ ਦੀ ਨੇ ਫਿਰ ਹਮਲਾ ਕੀਤਾ, ਕਿਵੇਂ ਮੁਕਾਬਲਾ ਕਰਨਾ ਹੈ। ਹੁਣ ਜਿਹੜੇ ਇਹ ਯੋਧੇ ਕਈ ਦਿਨਾਂ ਤੋਂ ਡਟੇ ਹੋਏ ਹਨ, ਅੱਜ ਇੱਕ ਜਗ੍ਹਾ 'ਤੇ ਆ ਕਰਕੇ ਬੇਫਿਕਰ ਹੋ ਕੇ ਬੇਪਰਵਾਹ ਹੋ ਕਰਕੇ ਬੜੇ ਪਿਆਰ ਦੇ ਨਾਲ ਵੱਖਰੀ ਵੱਖਰੀ ਜਿਹੜੀ ਮਿਸਲ ਹੈ, ਵੱਖਰੇ ਵੱਖਰੇ ਜਿਹੜੇ ਦਲ ਇੱਕ ਜਗ੍ਹਾ 'ਤੇ ਆ ਕਰਕੇ ਇਕੱਠੇ ਹੋਏ ਹਨ। ਤੇ ਹੁਣ ਸਾਰਿਆਂ ਨੇ ਘੋੜਿਆਂ ਦੀਆਂ ਕਾਠੀਆਂ ਜਿਹੜੀਆਂ ਕੱਸੀ ਰੱਖਦੇ ਸਨ ਕਈ ਦਿਨਾਂ ਤੋਂ, ਅੱਜ ਉਤਾਰੀਆਂ। ਉਤਰੀ ਜੁੱਤ ਕਹਿਣ ਲੱਗੇ ਕਿ ਹੁਣ ਜੀਨ ਉਤਾਰ ਸ਼ਸਤਰ ਭੱਟ ਧਰ ਕਰ। ਤੇ ਸ਼ਸਤਰ ਜਿਹੜੇ ਯੋਧਿਆਂ ਨੇ ਕੱਸੇ ਹੋਏ ਸਨ ਉਹ ਵੀ ਲਾ ਕੇ ਰੱਖ ਕੇ ਆਰਾਮ ਕੀਤਾ ਹੈ। ਤੇ ਕਹਿਣ ਲੱਗੇ ਕਿ ਹੁਣ ਸਾਰੇ ਬੜੇ ਪਿਆਰ ਦੇ ਨਾਲ ਇਸ ਨਗਰ ਦੇ ਵਿੱਚ ਆ ਕੇ ਵਿਰਾਜਮਾਨ ਹੋਏ ਹਨ। ਤੇ ਇਸ ਨਗਰ ਨੇ ਬੜਾ ਸਤਿਕਾਰ ਮਾਣ ਕੀਤਾ ਹੈ। ਤੇ ਆਉਂਦਿਆਂ ਹੀ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਸਤਿਗੁਰਾਂ ਦਾ, ਸਤਿਗੁਰਾਂ ਦੀ ਸੈਨਾ ਦਾ ਕੀਤਾ ਹੈ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਸੈਨਾ ਸਮੇਤ ਉੱਥੇ ਵਿਰਾਜ ਗਏ ਹਨ। ਤੇ ਦੁਪਹਿਰ ਦੇ ਵੇਲੇ ਪ੍ਰਸ਼ਾਦਾ ਛਕਣ ਤੋਂ ਬਾਅਦ ਛੇਵੇਂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੇ ਚੱਲੇ ਹੋਏ ਹਨ। ਇਸ ਨਗਰ ਦੇ ਵਿੱਚ ਪਹੁੰਚ ਕਰਕੇ ਗਰੀਬ ਨਿਵਾਜ ਸਤਿਗੁਰਾਂ ਨੇ ਦੁਪਹਿਰ ਵੇਲੇ ਇੱਥੇ ਆਰਾਮ ਕੀਤਾ ਹੈ। ਤੇ ਸਵਾ ਕੁ ਪੈਰ ਜਿਹੜੀ ਹੈ ਉਹ ਰਾਤ ਪੈਣ ਦੇ ਵਿੱਚ ਅਜੇ ਰਹਿੰਦੀ ਹੈ, ਸ਼ਾਮ ਦਾ ਵੇਲਾ ਹੈ। ਤੇ ਕਹਿਣ ਲੱਗੇ ਉਸ ਵੇਲੇ ਫਿਰ ਗਰੀਬ ਨਿਵਾਜ ਪਾਤਸ਼ਾਹ ਜੀ ਸੁਚੇਤ ਹੋਏ, ਜਾਗੇ ਹਨ। ਤੇ ਸਾਰੇ ਜਿਹੜੀ ਸੰਗਤ ਹੈ ਗੁਰੂ ਕੇ ਪਿਆਰੇ ਉਹ ਵੀ ਸੁਚੇਤ ਹੋਏ। ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਾਰੇ ਸੇਵਕ ਸਿੱਖ ਸੰਗਤ ਹਾਜ਼ਰ ਹੋਈ ਹੈ। ਤੇ ਸਤਿਗੁਰਾਂ ਦੇ ਸਵਾਰੇ ਵਾਸਤੇ, ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਸੋਹਣੇ ਜਿਹੜੇ ਦਰਬਾਰ ਸੰਗਤ ਨੇ ਸਜਾਏ ਹਨ। ਥੱਲੇ ਘਰਾਂ ਦੇ ਵਿੱਚੋਂ ਗਲੀਚੇ ਲਿਆ ਲਿਆ ਕੇ ਸੋਹਣਾ ਜਿਹੜਾ ਹੈ ਫਰਸ਼ ਲਗਾ ਦਿੱਤਾ ਹੈ। ਸੰਗਤ ਨੇ ਸੁੰਦਰ ਫਰਸ਼ ਅਨੇਕ ਵਰਨ ਕੇ ਡਸੇ ਮਖਮਲੀ ਦੀ ਤਮਾਮ। ਤੇ ਮਖਮਲੀ ਸੁੰਦਰ ਜਿਹੜੇ ਕੱਪੜੇ ਹਨ ਲਿਆ ਲਿਆ ਕਰਕੇ ਗਲੀਚੇ ਸੰਗਤ ਵਾਸਤੇ, ਗੁਰੂ ਕੇ ਯੋਧਿਆਂ ਵਾਸਤੇ ਸੋਹਣਾ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਜਿੱਥੇ ਪਾਤਸ਼ਾਹ ਜੀ ਨੇ ਬੈਠ ਕੇ ਦੇਣੇ ਹਨ, ਸੰਗਤ ਨੇ ਪ੍ਰਬੰਧ ਕੀਤਾ ਹੈ। ਤੇ ਕਹਿਣ ਲੱਗੇ ਕਿ ਹੁਣ ਬੜੇ ਪਿਆਰ ਦੇ ਨਾਲ ਸੁੰਦਰ ਜਿਹੜੀ ਵਿਛਾਈ ਹੈ ਉਹਦੇ ਨਾਲ ਹੀ ਜਿਹੜੇ ਸੋਹਣੇ ਗਲੀਚੇ ਔਰ ਜਿਹੜਾ ਪਾਤਸ਼ਾਹ ਜੀ ਦਾ ਆਸਣ ਹੈ ਉਹਦੀਆਂ ਜਿਹੜੀਆਂ ਝਾਲਰਾਂ ਬੜੀਆਂ ਸੁੰਦਰ ਜਰੀ ਦੀਆਂ ਬਣੀਆਂ ਹੋਈਆਂ, ਕਈ ਤਰ੍ਹਾਂ ਦੇ ਫੁੱਲ ਬਣੇ ਹੋਏ ਹਨ। ਸੋਹਣਾ ਆਸਣ ਜਿਹੜਾ ਕੀਮਤੀ ਘਰਾਂ ਦੇ ਵਿੱਚੋਂ ਸੰਗਤ ਨੇ ਲਿਆ ਕਰਕੇ ਪਾਤਸ਼ਾਹ ਜੀ ਵਾਸਤੇ ਬਹੁਤ ਸੁੰਦਰ ਪ੍ਰਬੰਧ ਕੀਤਾ ਹੈ। ਔਰ ਇੱਕ ਸੋਹਣਾ ਆਸਣ ਤਿਆਰ ਕਰਕੇ ਤੇ ਇੱਕ ਵੱਡਾ ਜਿਹੜਾ ਸਰਾਣਾ ਹੈ ਜਿਹਦੇ ਦੋਨਾਂ ਪੱਲਿਆਂ ਤੇ ਲੰਮੀਆਂ ਲੰਮੀਆਂ ਝਾਲਰਾਂ ਲੱਗੀਆਂ ਹੋਈਆਂ ਹਨ। ਤੇ ਸੁੰਦਰ ਵੱਡਾ ਸਰਾਣਾ ਰੱਖ ਕੇ ਪਾਤਸ਼ਾਹ ਜੀ ਦਾ ਆਸਣ ਲਾ ਕਰਕੇ ਤੇ ਸੰਗਤ ਨੇ ਬਹੁਤ ਸੋਹਣੀ ਜਿਹੜੀ ਤਿਆਰੀ ਹੈ ਪਾਤਸ਼ਾਹ ਜੀ ਵਾਸਤੇ ਕੀਤੀ ਹੈ। ਔਰ ਸੋਹਣੇ ਸੋਹਣੇ ਵਸਤਰਾਂ ਤੇ ਕੀਮਤੀ ਜਿਹੜੇ ਰੇਸ਼ਮੀ ਮਖਮਲੀ ਜਿਹੜੇ ਵਸਤਰ ਹਨ, ਜਿਹੜੀ ਵਿਛਾਈ ਹੈ ਪਾਤਸ਼ਾਹ ਜੀ ਦਾ ਆਸਣ ਹੈ ਤਿਆਰ ਹੋਇਆ ਹੈ। ਗਰੀਬ ਨਿਵਾਜ ਸਤਿਗੁਰੂ ਜੀ ਇੱਥੇ ਸਵਾਰ ਹੋਏ ਹਨ। ਔਰ ਗੁਰੂ ਕੇ ਪਿਆਰੇ ਜਿਹੜੇ ਸਿੱਖ ਚੌਰ ਬਰਦਾਰ ਹੈ ਉਹ ਚੌਰ ਕਰ ਰਿਹਾ ਹੈ। ਸੋਨੇ ਦੀ ਮੁੱਠੀ ਵਾਲਾ ਬੜਾ ਸੁੰਦਰ ਚੌਰ ਛੇਵੇਂ ਪਾਤਸ਼ਾਹ ਜੀ ਤੇ ਝੁੱਲ ਰਿਹਾ ਹੈ। ਤੇ ਜੰਗ ਜਿੱਤਿਆ ਹੈ
ਨਗਾਰਿਆਂ ਦੀ ਚੋਟ ਦੇ ਵਿੱਚ ਪਾਤਸ਼ਾਹ ਜੀ ਪਹੁੰਚੇ ਹਨ ਤੇ ਝੱਟ ਹੀ ਸ਼ਾਮ ਵੇਲੇ ਜਿਹੜੀ ਵੱਡੀ ਸੰਗਤ ਹੈ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੋਈ ਹੈ। ਪਾਤਸ਼ਾਹ ਜੀ ਬਿਰਾਜਮਾਨ ਹੋ ਕਰਕੇ ਦਰਸ਼ਨ ਦਿੰਦੇ ਹਨ। ਔਰ ਫਿਰ ਸ਼ਾਮ ਦੇ ਵੇਲੇ ਗੁਰੂ ਘਰ ਦੇ ਜਿਹੜੇ ਰਬਾਬੀ ਸਿੰਘ ਸਨ ਉਹਨਾਂ ਨੇ ਮਾਲਕ ਦੀ ਉਸਤਤ ਦੇ ਵਿੱਚ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਬਹੁਤ ਸੁੰਦਰ ਜਿਹੜੇ ਸ਼ਬਦ ਅੰਮ੍ਰਿਤਮਈ ਔਰ ਬੀਰ ਰਸੀ ਜਿਹੜੇ ਸ਼ਬਦ ਹਨ ਉਹਨਾਂ ਦਾ ਗਾਇਨ ਗੁਰੂ ਕੇ ਕੀਰਤਨੀਆਂ ਨੇ ਬੜੀ ਸ਼ਾਂਤ ਅਵਸਥਾ ਦੇ ਵਿੱਚ ਭਿੱਜ ਕੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਕੀਤਾ ਹੈ। ਔਰ ਉਸ ਵੇਲੇ ਫਿਰ ਜੋਧਾ ਸਿੱਖ ਰਾਏ ਜੋਧ ਸ਼ਾਹ ਇਹਦੇ ਨਾਲ ਜਿਹੜੇ ਬਾਕੀ ਇਹਦੀ ਬਹੁਤ ਵੱਡੀ ਸੈਨਾ ਜਿਹੜੀ ਹੈ ਕਈ ਵਿੱਚੋਂ ਸ਼ਹੀਦ ਹੋ ਗਏ ਹਨ ਤੇ ਦਲ ਇਹਦੇ ਨਾਲ ਹੈ ਤੇ ਸਤਿਗੁਰਾਂ ਦੇ ਨਾਲ ਚੱਲ ਰਿਹਾ ਸੀਗਾ ਤੇ ਇਹਨੇ ਵੀ ਆ ਕੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ ਤੇ ਸਾਰੇ ਕੋਲ ਬੈਠ ਗਏ ਹਨ। ਔਰ ਸਾਰਿਆਂ ਯੋਧਿਆਂ ਦੇ ਵਿੱਚ ਆਪਣੇ ਸੈਨਾਪਤੀਆਂ ਦੇ ਵਿੱਚ ਵੱਡੀ ਸੰਗਤ ਪਹੁੰਚੀ ਹੈ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਸੋਹਣੇ ਆਸਣ ਤੇ ਬੈਠੇ ਹਨ। ਬਹੁਤ ਵੱਡੀ ਛੇਵੇਂ ਪਾਤਸ਼ਾਹ ਜੀ ਦੀ ਸੋਭਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਸੁਭਾਈਮਾਨ ਹੋ ਕਰਕੇ ਸੰਗਤਾਂ ਦੀ ਇੱਛਾ ਦੇ ਮੁਤਾਬਕ ਦਰਸ਼ਨ ਦੇ ਕਰਕੇ ਉਹਨਾਂ ਦੇ ਬਚਨ ਵਿਲਾਸ ਸੁਣ ਕੇ ਔਰ ਉਹਨਾਂ ਤੇ ਬਖਸ਼ਿਸ਼ਾਂ ਕਰ ਰਹੇ ਹਨ। ਸੰਗਤ ਨਿਹਾਲ ਹੋ ਰਹੀ ਹੈ। ਤੇ ਕਹਿਣ ਲੱਗੇ ਕਿ ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਦੇਵਤਿਆਂ ਦੀ ਸਭਾ ਦੇ ਵਿੱਚ ਇੰਦਰ ਉੱਚੇ ਆਸਣ ਤੇ ਬੈਠਦਾ ਹੈ, ਸਿਰਮੌਰ ਦੇਵਤਾ ਗਰੀਬ ਨਿਵਾਜ ਉਹਦੇ ਵਾਂਗ ਸ਼ੋਭਾ ਪਾ ਰਹੇ ਹਨ। ਤੇ ਕਦੇ ਇੰਝ ਲੱਗਦਾ ਹੈ ਕਿ ਜਿਹੜਾ ਵਿਸ਼ਨੂੰ ਹੈ ਉਹ ਧਰਤੀ ਤੇ ਆ ਗਿਆ ਹੋਵੇ। ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਦੀ ਜਿਹੜੀ ਵਡਿਆਈ ਸ਼ੋਭਾ ਬੜੀ ਉੱਚੀ ਹੈ। ਤੇ ਆਸ-ਪਾਸ ਦੇ ਜਿਹੜੇ ਉੱਥੇ ਹੋਰ ਨਗਰ ਸਨ, ਸਾਰੇ ਨਗਰਾਂ ਦੇ ਵਿੱਚੋਂ ਜਦੋਂ ਡੰਕੇ ਦੀ ਆਵਾਜ਼ ਦੂਰ ਤੱਕ ਨਗਾਰਿਆਂ ਦੀ ਪਹੁੰਚੀ ਹੈ, ਪਤਾ ਲੱਗਿਆ ਕਿ ਛੇਵੇਂ ਪਾਤਸ਼ਾਹ ਜੀ ਆ ਰਹੇ ਹਨ। ਤੇ ਸ਼ਾਮ ਵੇਲੇ ਤੱਕ ਤਾਂ ਕਈ ਨਗਰਾਂ ਦੀ ਜਿਹੜੀ ਸੰਗਤ ਹੈ ਮਾਲਵੇ ਦੀ ਧਰਤੀ ਤੇ ਇੱਕ ਜਗ੍ਹਾ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਇਕੱਠੀ ਹੋ ਗਈ ਹੈ। ਤੇ ਜੰਗ ਜਿੱਤ ਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਧਰ ਆਏ ਹਨ। ਜੰਗ ਜਿੱਤ ਕਰ ਸਤਿਗੁਰ ਆਏ, ਕਹੇ ਪਰਸ ਪਰ ਗੰਢ ਨਰ ਨਾਰ। ਆਪਸ ਦੇ ਵਿੱਚ ਸਲਾਹਾਂ ਕਰਦੇ ਹਨ, ਵੱਖਰੇ ਵੱਖਰੇ ਨਗਰਾਂ ਦੇ ਵਿੱਚ ਇੱਕ ਦੂਜੇ ਨੂੰ ਦੱਸਦੇ ਹਨ ਕਿ ਛੇਵੇਂ ਪਾਤਸ਼ਾਹ ਜੀ ਨੇ ਬਹੁਤ ਵੱਡਾ ਜਿਹੜਾ ਜੰਗ ਕੀਤਾ ਉਹ ਜਿੱਤ ਲਿਆ ਹੈ ਤੇ ਜੰਗ ਜਿੱਤ ਕੇ ਇੱਧਰ ਆਏ ਹਨ। ਆਓ ਆਪਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਆਈਏ, ਨਾਲੇ ਵਧਾਈਆਂ ਦੇ ਕੇ ਆਈਏ। ਸੰਗਤ ਪਹੁੰਚਦੀ ਹੈ ਔਰ ਬਹੁਤ ਸੁੰਦਰ ਜਿਹੜੀਆਂ ਭੇਟਾਵਾਂ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਿਤ ਕਰਦੀ ਹੈ। ਔਰ ਸੰਗਤ ਗਰੀਬ ਨਿਵਾਜ ਸਤਿਗੁਰਾਂ ਦੇ ਆ ਕਰਕੇ ਦਰਸ਼ਨ ਕਰਦੀ ਹੈ। ਚੌਪ ਕਰਤ ਚਿਤ ਦਰਸ਼ਨ ਦਰਸੇ, ਧੰਨ ਧੰਨ ਪ੍ਰਭੂ ਗੁਰ ਜੈਕਾਰ। ਸਾਰੇ ਸਿੱਖ ਸੇਵਕ ਸਤਿਗੁਰਾਂ ਦੇ ਪਿਆਰੇ ਗਰੀਬ ਨਿਵਾਜ ਸਤਿਗੁਰਾਂ ਦੀ ਜੈ ਜੈਕਾਰ ਕਰ ਰਹੇ ਹਨ। ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੱਡਾ ਜੰਗ ਜਿੱਤਿਆ ਹੈ। ਬਹੁਤ ਵੱਡੀ ਉਸਤਤ ਸੰਗਤ ਕਰਦੀ ਹੈ। ਸੰਗਤ ਬੜੀ ਪ੍ਰਸੰਨ ਹੈ, ਕਈ ਤਰ੍ਹਾਂ ਦੀਆਂ ਭੇਟਾਵਾਂ ਰੱਖਦੀ ਹੈ। ਔਰ ਉਧਰ ਇਹ ਜਿਹੜਾ ਪਿਆਰਾ ਸੇਵਕ ਹੈ ਕਾਲੂ ਨਾਥ ਜਿਹੜਾ ਹੈ, ਇਹ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਪਹੁੰਚਿਆ। ਦੋ ਜਿਹੜੇ ਘੜੇ ਹਨ ਦੁੱਧ ਦੇ ਭਰ ਕੇ, ਕਹਿਣ ਲੱਗੇ ਦਵੈ ਘਟ ਦੁੱਧ ਲਈਏ ਕਰ ਤਿਆਰ। ਤੇ ਬੜੇ ਪਿਆਰ ਦੇ ਨਾਲ, ਭਾਵਨਾ ਦੇ ਨਾਲ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦੁੱਧ ਲੈ ਕਰਕੇ ਹਾਜ਼ਰ ਹੋਇਆ ਹੈ। ਇੱਕ ਆਪਣਾ ਬਾਲਕ ਨਾਲ ਲੈ ਕਰਕੇ ਆਇਆ ਹੈ, ਇੱਕ ਘੜਾ ਉਹਦੇ ਸਿਰ ਤੇ ਰੱਖਿਆ ਹੋਇਆ ਹੈ, ਇੱਕ ਘੜਾ ਇਹਨੇ ਆਪ ਚੁੱਕਿਆ ਹੋਇਆ ਹੈ। ਭਾਵਨਾ ਦੇ ਨਾਲ
ਗੁਰੂ ਕੇ ਚਰਨਾਂ ਦੇ ਵਿੱਚ ਹੱਥੀਂ ਸੇਵਾ ਕਰਨ ਵਾਸਤੇ ਪਹੁੰਚੇ ਹਨ। ਗੁਰੂ ਪਗ ਮਸਤਕ ਟੇਕਿਓ ਬੈਠਿਓ ਨਿਕ ਜੋਰ ਕਰ ਹਾਥ। ਤੇ ਬੜੇ ਅਦਬ ਦੇ ਨਾਲ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੀਸ ਰੱਖਿਆ ਹੈ ਔਰ ਬੜੇ ਖੁਸ਼ ਹੋਏ। ਆਨ ਗੁਰੂ ਪਗ ਮਸਤਕ ਟੇਕਿਓ ਬੈਠਿਓ ਨਿਕਟ ਜੋਰ ਕਰ ਹਾਥ। ਬੜੇ ਪਿਆਰ ਦੇ ਨਾਲ ਜਿੱਥੇ ਬੇਅੰਤ ਸੰਗਤ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੁਭਾਈਮਾਨ ਹੈ, ਇੱਥੇ ਇਹ ਵੀ ਦੋ ਜਿਹੜੇ ਗੁਰੂ ਕੇ ਪਿਆਰੇ ਆ ਕਰਕੇ ਸੰਗਤ ਵਿੱਚ ਬੈਠ ਗਏ ਹਨ। ਹਰਗੋਬਿੰਦ ਕਿਰਪਾ ਦ੍ਰਿਸ਼ਟੀ ਵੇਗਤ ਕਰਿਓ ਵਾਕ ਤੈ ਸਾਥ। ਤੇ ਕਿਰਪਾ ਦ੍ਰਿਸ਼ਟੀ ਆਪਣੇ ਸੇਵਕ ਤੇ ਜਿਹੜਾ ਕਈ ਚਿਰਾਂ ਤੋਂ ਯਾਦ ਕਰ ਰਿਹਾ ਪਾਤਸ਼ਾਹ ਜੀ ਨੇ ਕੀਤੀ ਹੈ ਔਰ ਦੇਖਤ ਕਰਿਓ ਵਾਕ ਤੈ ਸਾਥ। ਉਹਦੇ ਵੱਲ ਦੇਖਦਿਆਂ ਹੋਇਆਂ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਪਵਿੱਤਰ ਰਸਨਾ ਤੋਂ ਇਸ ਤਰ੍ਹਾਂ ਬੋਲੇ ਹਨ। ਗੁਰ ਨਹੀਂ ਨਾਥ ਕਾਲੀ ਕਾਲ ਮਾਨ ਤੇ ਮਾਨਵ ਨਾਮ ਭਇਓ ਅਬ ਕਾਲੂ ਨਾਥ। ਤੇ ਕਹਿਣ ਲੱਗੇ ਕਿ ਹੇ ਭਾਈ ਕਾਲੀ ਕਾਲ ਮਨ ਤੇ ਮਾਨਵ ਨਾਮ ਭਇਓ ਅਬ ਕਾਲੂ ਨਾਥ। ਕਹਿਣ ਲੱਗੇ ਗਰੀਬ ਨਿਵਾਜ ਪਾਤਸ਼ਾਹ ਜੀ, ਹੇ ਕਾਲੂਨਾਥ ਬੜੀ ਵੱਡੀ ਘਾਲਣਾ ਤੁਸੀਂ ਘਾਲੀ ਹੈ, ਬਹੁਤ ਵੱਡੀ ਬੰਦਗੀ ਤਪੱਸਿਆ ਕਰਨ ਵਾਲੇ ਹੋ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ ਮਨ ਤੇ ਮਾਨਵ ਨਾਮ ਭਇਓ ਅਬ ਕਾਲੂਨਾਥ। ਕਹਿਣ ਲੱਗੇ ਦੁਨੀਆ ਦੇ ਵਿੱਚ ਆਸ ਪਾਸ ਬੰਦਗੀ ਕਰਨ ਕਰਕੇ ਗੁਰੂ ਘਰ ਦੇ ਨਾਲ ਜੁੜਨ ਕਰਕੇ ਤੁਹਾਡਾ ਬਹੁਤ ਵੱਡਾ ਜਿਹੜਾ ਨਾਮ ਪ੍ਰਗਟ ਹੋਇਆ ਹੈ, ਦੁਨੀਆ ਸੋਭਾ ਕਰਦੀ ਹੈ। ਕੋਈ ਵੀ ਜਿਹੜਾ ਭਗਤ ਹੈ ਪਰਮਾਤਮਾ ਦਾ, ਆਪਾਂ ਗੁਰਬਾਣੀ ਦੇ ਵਿੱਚ ਵੀ ਵਚਨ ਪੜ੍ਹਦੇ ਹਾਂ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਜਿਹੜਾ ਕੋਈ ਗੁਰੂ ਕਾ ਪਿਆਰਾ ਬੰਦਗੀ ਕਰਨ ਵਾਲਾ ਇੱਕ ਨਾ ਇੱਕ ਦੁਨੀਆ ਦੇ ਵਿੱਚੋਂ ਪ੍ਰਗਟ ਹੋ ਜਾਂਦਾ ਹੈ। ਭਾਵੇਂ ਭਾਈ ਕਾਲੂ ਜੀ ਦੇ ਵਿੱਚ ਬਹੁਤ ਵੱਡੀ ਨਿਮਰਤਾ ਹੈ, ਇਹ ਸ਼ਾਂਤ ਰਹਿੰਦਾ ਹੈ, ਪਰ ਦੇਖੋ ਜਿਹੜਾ ਹੀਰਾ ਹੈ ਭਾਵੇਂ ਉਹ ਹੀਰਾ ਬੋਲਦਾ ਨਹੀਂ ਹੈ, ਹੀਰਾ ਵੀ ਚੁੱਪ ਹੀ ਰਹਿੰਦਾ ਹੈ, ਪਰ ਉਹਦੀ ਕੀਮਤ ਜਿਹੜੀ ਹੈ, ਉਹਦੇ ਜਿਹੜੇ ਗੁਣ ਹਨ ਉਹਨਾਂ ਤੋਂ ਪਤਾ ਲੱਗ ਜਾਂਦਾ ਹੈ। ਉਹ ਦੁਨੀਆ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਕਿੱਡਾ ਵੱਡਾ ਉਹ ਕੀਮਤੀ ਹੈ, ਕਿੰਨਾ ਰਤਨ, ਕਿੰਨਾ ਮਹਿੰਗਾ ਹੈ। ਬੋਲਦਾ ਨਹੀਂ ਹੈ ਕਿ ਮੈਂ ਇਤਨਾ ਮਹਿੰਗਾ ਹਾਂ, ਪਰ ਉਹਦੇ ਗੁਣ ਉਹ ਦੱਸ ਦਿੰਦੇ ਹਨ। ਇਸੇ ਤਰ੍ਹਾਂ ਕੋਈ ਜਿਹੜਾ ਗੁਰੂ ਕਾ ਪਿਆਰਾ ਹੈ ਉਹ ਭਾਵੇਂ ਬੋਲਦਾ ਨਹੀਂ ਹੈ, ਪਰ ਉਹਦੀ ਜਿਹੜੀ ਭਗਤ ਹੈ, ਭਗਤੀ ਦੀ ਜਿਹੜੀ ਲਿਸ਼ਕ ਹੈ, ਉਹਦੇ ਜਿਹੜੇ ਚਿਹਰੇ ਦਾ ਨੂਰ ਹੈ, ਪ੍ਰਕਾਸ਼ ਹੈ, ਉਹਦੇ ਜੀਵਨ ਦੇ ਜਿਹੜੇ ਬੋਲ ਹਨ ਉਹ ਦੱਸ ਦਿੰਦੇ ਹਨ ਕਿ ਭਗਤੀ ਦੇ ਵਿੱਚ, ਸਿਮਰਨ ਦੇ ਵਿੱਚ ਲੀਨ ਹੈ। ਉਹਦੇ ਜਿਹੜੇ ਬਚਨ ਉਹ ਅਟਲ ਹੋ ਜਾਂਦੇ ਹਨ। ਸਾਧਕਾ ਬਚਨ ਅਟਲਾਦਾ। ਜਿਹੜਾ ਗੁਰੂ ਕਾ ਪਿਆਰਾ ਹੈ ਉਹਦਾ ਬਚਨ ਅਟਲ ਹੈ। ਤੇ ਕਹਿਣ ਲੱਗੇ ਕਿ ਹੁਣ ਹੇ ਕਾਲੂਨਾਥ ਭਗਤੀ ਕੀਤੀ ਹੈ ਤੁਸੀਂ, ਤੁਹਾਡਾ ਦੁਨੀਆ ਦੇ ਵਿੱਚ ਜਸ ਹੁੰਦਾ ਹੈ। ਸ੍ਰੀ ਗੁਰ ਨਹੀਂ ਨਾਥ ਹੋਏ ਜਾਨੋ ਤੁਮਰੋ ਕੂਕਰ ਧਰ ਪਦ ਮਾਥ। ਕਹਿਣ ਲੱਗਿਆ ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਕੋਈ ਨਾਥ ਨਹੀਂ ਆ। ਸ਼੍ਰੀ ਗੁਰ ਨਹੀਂ ਨਾਥ ਮੋਹੇ ਜਾਨੋ, ਮੈਨੂੰ ਤੁਸੀਂ ਨਾਥ ਨਾ ਆਖੋ, ਭਗਤ ਨਾ ਆਖੋ, ਮੈਂ ਤਾਂ ਨਿਮਾਣਾ ਜਾਂ ਤੁਹਾਡਾ ਇੱਕ ਦਾਸ ਹਾਂ। ਸ਼੍ਰੀ ਗੁਰ ਨਹੀਂ ਨਾਥ ਮੋਹੇ ਜਾਨੋ ਤੁਮਰੋ ਕੂਕਰ ਪਰ ਪਦ ਮਾਥ। ਮੈਂ ਤਾਂ ਤੁਹਾਡੇ ਚਰਨਾਂ 'ਤੇ ਮੱਥਾ ਰੱਖਣ ਵਾਲਾ, ਤੁਹਾਡੇ ਚਰਨਾਂ ਦਾ ਦਾਸ, ਇੱਕ ਕੂਕਰ ਹਾਂ। ਗਰੀਬ ਨਿਵਾਜ ਮੈਂ ਇਸ ਤਰ੍ਹਾਂ ਹੀ ਆਪਣੇ ਰੰਗ ਦੇ ਵਿੱਚ ਮਸਤ ਹਾਂ, ਠੀਕ ਆ, ਮੈਨੂੰ ਸੋਭਾ ਦੀ ਦੁਨੀਆ ਦੇ ਵਿੱਚ ਨਾਮ ਦੀ ਕੋਈ ਭੁੱਖ ਨਹੀਂ ਹੈ। ਗਰੀਬ ਨਿਵਾਜ ਸਤਰਾਂ ਦੇ ਚਰਨਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਦਰਸ਼ਨ ਕਰਕੇ ਆਨੰਦਿਤ ਹੋਇਆ ਹੈ। ਗਰੀਬ ਨਿਵਾਜ ਨੇ ਆ ਕੇ ਦਰਸ਼ਨ ਬਖਸ਼ੇ ਹਨ, ਬੜਾ ਖੁਸ਼ ਤੇ ਪ੍ਰਸੰਨ ਹੈ। ਬਹੁਤ ਵੱਡੀ ਇਹਦੇ ਅੰਦਰ ਨਿਮਰਤਾ ਹੈ। ਮਨ ਪ੍ਰਸੰਨ ਹੋਏ ਗੁਰ ਬੋਲੇ ਬਿਦਤ ਨਾਲ ਤੂੰ ਹੋਏ ਜਹਾਨ। ਤੇ ਕਹਿਣ ਲੱਗੇ ਕਿ ਹੁਣ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੁਨਹ ਪ੍ਰਸੰਨ ਹੋਏ ਗੁਰ ਬੋਲੇ। ਬਾਅਦ ਵਿੱਚ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਹਦੇ ਨਿਮਰਤਾ ਭਰੇ ਜਿਹੜੇ ਬੋਲ ਸਨ ਉਹਨਾਂ ਨੂੰ ਸੁਣ ਕੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਬੋਲੇ ਹਨ, ਬਿਦਤ ਨਾਥ ਤੂੰ ਹੋਏ ਜਹਾਨ। ਕਹਿਣ ਲੱਗੇ ਹੇ ਕਾਲੂਨਾਥ ਜੀ, ਤੁਹਾਡੀ ਜਿਹੜੀ ਵਡਿਆਈ ਹੈ ਬਹੁਤ ਵੱਡੀ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਸ ਜਹਾਨ ਦੇ ਵਿੱਚ ਹੋਏਗਾ। ਸਭ ਮਾਨਵ ਤੋਂ ਨਾਥ ਜਾਨ ਕਰ ਕਿਰਪਾ ਗੁਰਨ ਕੀ ਭਈ ਮਹਾਨ। ਤੇ ਕਹਿਣ ਲੱਗੇ ਸਾਰੇ ਮਾਨਵ ਆਸ ਪਾਸ ਦੇ ਜਿਹੜੇ ਲੋਕ ਹਨ ਤੁਹਾਨੂੰ ਨਾਥ ਭਗਤ ਕਹਿਣਗੇ।
ਤੇ ਕਹਿਣ ਲੱਗੇ ਇਹ ਜਿਹੜੇ ਗੁਰੂ ਨੂੰ ਤੁਸੀਂ ਯਾਦ ਕਰਦੇ ਹੋ, ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਹੋ, ਉਹਨਾਂ ਦੀ ਤੁਹਾਡੇ ਉੱਪਰ ਬਹੁਤ ਵੱਡੀ ਬਖਸ਼ਿਸ਼ ਹੈ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਨਾਲ ਪਹਿਲਾਂ ਤੋਂ ਜੁੜ ਕੇ ਭਗਤੀ ਦੇ ਵਿੱਚ ਲੀਨ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਗੁਰੂ ਕੇ ਚਰਨਾਂ ਦੇ ਵਿੱਚੋਂ ਤੁਸੀਂ ਨਾਮ ਦੀ ਜਿਹੜੀ ਦਾਤ ਹੈ ਉਹ ਲਈ ਹੈ। ਗੁਰੂ ਕਾ ਸਿੱਖ ਅਰਦਾਸ ਕਰਦਾ ਹੈ, ਹੇ ਸਤਿਗੁਰੂ ਜੀ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ। ਕਿਸੇ ਨੇ ਕੁਛ ਮੰਗਿਆ, ਕੋਈ ਕੁਛ ਮੰਗਦਾ ਹੈ, ਪਰ ਕੋਈ ਵਿਰਲਾ ਗੁਰੂ ਕਾ ਪਿਆਰਾ ਹੈ ਜਿਹੜਾ ਗੁਰੂ ਕੇ ਚਰਨਾਂ ਦੇ ਵਿੱਚੋਂ ਫਿਰ ਇਹ ਵੀ ਦਾਤ ਮੰਗਦਾ ਹੈ ਕਿ ਮੈਂ ਤੁਹਾਡੇ ਗੁਣ ਗਾਵਾਂ, ਮੈਨੂੰ ਹੇ ਮਾਲਕ ਜੀ ਤੁਹਾਡਾ ਨਾਮ ਨਾ ਭੁੱਲੇ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਹੇ ਮਾਲਕ ਜੀ ਨਾਮ ਦੀ ਦਾਤ ਬਖਸ਼ੋ, ਰਹਿਮਤ ਕਰੋ, ਕਿਰਪਾ ਕਰੋ। ਇਹ ਜਿਹੜਾ ਵਪਾਰ ਹੈ, ਨਾਮ ਦੀ ਜਿਹੜੀ ਦਾਤ ਮੰਗਣੀ ਹੈ, ਮੰਗਦੇ ਥੋੜ੍ਹੇ ਹਨ, ਹੈਨ ਵਿਰਲੇ ਨਾ ਹੀ ਘਣੇ, ਪਰ ਗੁਰੂ ਕੇ ਪਿਆਰੇ ਹੈਨ ਵਿਰਲੇ। ਇਹੋ ਵਪਾਰ ਵਿਰਲਾ ਵਪਾਰ ਹੈ। ਗੁਰੂ ਕੇ ਵਿਰਲੇ ਵਿਰਲੇ ਵਪਾਰੀ ਹਨ ਜਿਹੜੇ ਨਾਮ ਦੀ ਦਾਤ ਗੁਰੂ ਕੇ ਚਰਨਾਂ ਦੇ ਵਿੱਚੋਂ ਮੰਗਦੇ ਹਨ। ਪਰ ਜਿਹੜੇ ਮੰਗਦੇ ਹਨ, ਦੇਖੋ ਸਤਿਗੁਰੂ ਜੀ ਆਪ ਚੱਲ ਕੇ ਆ ਕਰਕੇ ਉਹਨਾਂ ਨੂੰ ਦਰਸ਼ਨ ਦੀਦਾਰੇ ਦੇ ਰਹੇ ਹਨ। ਜਿਹੜੇ ਜੁੜੇ ਹੋਏ ਹਨ ਭਗਤੀ ਦੇ ਵਿੱਚ, ਪਾਤਸ਼ਾਹ ਜੀ ਖੁਦ ਸੁਨੇਹਾ ਭੇਜ ਕੇ ਆਪ ਪਹੁੰਚ ਕੇ ਆ ਕਰਕੇ ਦਰਸ਼ਨ ਦੀਦਾਰੇ ਦੇ ਰਹੇ ਹਨ। ਔਰ ਆਪਣਾ ਜਿਹੜਾ ਭਗਤ ਹੈ, ਭਾਵੇਂ ਉਹ ਗੁਪਤ ਹੋ ਕੇ ਬੈਠਾ ਹੈ, ਉਹਨਾਂ ਨੂੰ ਬਹੁਤ ਵੱਡੀ ਵਡਿਆਈ, ਉਹਨਾਂ ਦੀ ਸੋਭਾ, ਉਹਨਾਂ ਦਾ ਜਸ ਗੁਰੂ ਆਪ ਕਰਾਉਂਦਾ ਹੈ। ਆਪ ਉਹਨਾਂ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਦਾ ਹੈ ਕਿ ਭਾਈ ਦੇਖੋ, ਜਿਨ੍ਹਾਂ ਨੇ ਭਗਤੀ ਕੀਤੀ ਹੈ, ਬਹੁਤ ਵੱਡੀਆਂ ਦਾਤਾਂ ਉਹਨਾਂ ਨੇ ਪ੍ਰਾਪਤ ਕੀਤੀਆਂ ਹਨ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਮੈਨੂੰ ਏਡੀ ਉੱਚੀ ਵਡਿਆਈ ਦੀ ਲੋੜ ਨਹੀਂ ਹੈ, ਇਤਨੀ ਵਡਾਈ ਉਚਿਤ ਨਹੀਂ ਮੈਂ। ਤੁਮਰੋ ਦਰ ਪੌਰੇ ਕਹੋ ਸਵਾਨ। ਮੈਂ ਪਾਤਸ਼ਾਹ ਤੁਹਾਡੇ ਦਰ ਦਾ ਇੱਕ ਨਿਮਾਣਾ ਜਿਹਾ ਸ਼ਾਂਤੀ ਵਾਲੀ ਜਗ੍ਹਾ 'ਤੇ ਰਹਿ ਕਰਕੇ ਬੰਦਗੀ ਕਰਨ ਵਾਲਾ ਇੱਕ ਕੂਕਰ ਹਾਂ, ਗਰੀਬ ਨਿਵਾਜ। ਮੈਂ ਇਸ ਤਰ੍ਹਾਂ ਹੀ ਠੀਕ ਹਾਂ। ਭਗਤੀ ਦੇ ਵਿੱਚ, ਸਿਮਰਨ ਦੇ ਵਿੱਚ ਬੜਾ ਆਨੰਦ ਬਣਿਆ ਹੋਇਆ ਹੈ। ਕੀ ਲੈਣਾ ਹੈ ਸੰਸਾਰ ਦੇ ਵਿੱਚ ਪ੍ਰਗਟ ਹੋ ਕਰਕੇ। ਗਰੀਬ ਨਿਵਾਜ ਪਾਤਸ਼ਾਹ ਜੀ ਦੇਖੋ, ਪੁਰਾਣੇ ਸਮੇਂ ਦੇ ਵਿੱਚ ਸਿੱਧ ਜੋਗੀ ਤਪੱਸਿਆ ਕਰਦੇ ਸਨ ਕਿ ਸਾਡਾ ਬਹੁਤ ਵੱਡਾ ਨਾਮ ਬਣੇ, ਸਾਡੇ ਬਹੁਤ ਵੱਡੇ ਚੇਲੇ ਹੋਣ, ਦੁਨੀਆ ਸਾਡੇ ਪਿੱਛੇ ਲੱਗੇ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਜਾ ਕਰਕੇ ਉਹਨਾਂ ਨੂੰ ਵੀ ਇਹ ਬਚਨ ਕੀਤਾ ਸੀ। ਕਹਿਣ ਲੱਗੇ ਫਿਰ ਕੀ ਹੋ ਜਾਏਗਾ ਤੁਹਾਡੀ, ਜੇ ਤੁਸੀਂ ਉਮਰ ਵੱਡੀ ਕਰ ਲਈ, ਗਿਣਤੀ ਵਧਾ ਲਈ ਆਪਣੇ ਦਾਸਾਂ ਦੀ, ਦੁਨੀਆ ਦੀ, ਕਿ ਸਾਡੇ ਪਿੱਛੇ ਇੰਨੇ ਲੋਕ ਹਨ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕੀਤਾ ਸੀਗਾ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। 4 ਯੁੱਗਾਂ ਜਿੰਨੀ ਬੰਦੇ ਦੀ ਉਮਰ ਹੋ ਜਾਵੇ ਭਾਵੇਂ, ਅਤੇ ਕਈ ਇਸ ਤੋਂ ਵੀ ਵੱਧ 10 ਯੁੱਗਾਂ ਜਿੰਨੀ ਉਮਰ ਹੋ ਜਾਵੇ, 10 ਹੋਰ ਦਸੂਣੀ ਹੋਏ, 10 ਗੁਣਾ ਹੋਰ ਵੱਧ ਜਾਵੇ, 40 ਯੁੱਗਾਂ ਜਿੰਨੀ ਉਮਰ ਹੋ ਜਾਵੇ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਈ। 9 ਖੰਡਾਂ ਦੇ ਵਿੱਚ ਬੰਦੇ ਦਾ ਨਾਮ ਚੱਲਣ ਲੱਗ ਪਵੇ, ਨਾਮ ਵੱਜਣ ਲੱਗ ਪਵੇ, ਗੂੰਜਣ ਲੱਗ ਪਵੇ ਨਾਮ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਈ। ਸਾਰੀ ਦੁਨੀਆ ਤੁਹਾਡੇ ਪਿੱਛੇ ਪਿੱਛੇ ਚੱਲਣ ਲੱਗ ਪਵੇ, ਤੁਹਾਡੇ ਇਸ਼ਾਰੇ 'ਤੇ। ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਹੇ ਭਾਈ, ਹੇ ਸਿੱਧੋ, ਹੇ ਜੋਗੀਓ, ਵੱਡਾ ਸਾਰਾ ਨਾਮ ਰੱਖ ਲਿਆ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ। ਕਿ ਕਹਿਣ ਲੱਗੇ, ਜੇ ਮਾਲਕ ਦੀ ਖੁਸ਼ੀ ਨਹੀਂ ਲਈ ਹੈ, ਭਾਵਨਾ ਨਾਲ ਉਹਦੇ ਚਰਨਾਂ ਦੇ ਨਾਲ ਨਹੀਂ ਜੁੜੇ, ਅਤੇ ਕੇਵਲ ਦੁਨੀਆ ਦੀ ਵਡਿਆਈ ਦੇ ਪਿੱਛੇ ਦੌੜਨ ਲੱਗ ਪਏ, ਅਤੇ ਖਿਆਲ ਕਰਨਾ ਇੰਨਾ ਕੁਛ ਕਰਾ ਕੇ ਵੀ ਤੁਹਾਡੀ ਕਿਸੇ ਨੇ ਕੱਲ੍ਹ ਨੂੰ ਬਾਤ ਨਹੀਂ ਪੁੱਛਣੀ। ਗੁਰੂ ਦੀ ਖੁਸ਼ੀ ਤੁਹਾਨੂੰ ਨਹੀਂ ਪ੍ਰਾਪਤ ਹੋਣੀ। ਦੁਨੀਆ ਦੀਆਂ ਖੁਸ਼ੀਆਂ, ਜਿਹੜਾ ਬੰਦਾ ਦੁਨੀਆ ਦੀਆਂ ਵਡਿਆਈਆਂ ਦੇ ਪਿੱਛੇ ਲੱਗਦਾ ਹੈ, ਉਹ ਗੁਰੂ ਦੀ ਪ੍ਰਸੰਨਤਾ ਨਹੀਂ ਲੈ ਸਕਦਾ। ਇਸ ਕਰਕੇ ਗੁਰੂ ਕਾ ਪਿਆਰਾ ਜਾਣਦਾ ਹੈ। ਔਰ ਇਹ ਭਾਈ ਕਾਲੂਨਾਥ ਕਹਿਣ ਲੱਗਾ, ਪਾਤਸ਼ਾਹ ਕੀ ਲੈਣਾ ਹੈ। ਇਸ ਤਰ੍ਹਾਂ ਹੀ ਠੀਕ ਹਾਂ, ਆਨੰਦ ਦੇ ਵਿੱਚ ਹਾਂ। ਗਰੀਬ ਨਿਵਾਜ ਤੁਸੀਂ ਆ ਕਰਕੇ ਦਰਸ਼ਨ ਬਖਸ਼ੇ ਹਨ, ਬੜਾ ਆਨੰਦ ਹੈ। ਪਾਤਸ਼ਾਹ ਜੀ ਇਸੇ ਤਰ੍ਹਾਂ ਠੀਕ ਆ। ਸੁਨ ਕਾਲੂ ਕੀ ਅਦਕ ਨਿਮਰਤਾ। ਸ਼੍ਰੀ ਹਰਗੋਬਿੰਦ ਕਹਿਣ ਲੱਗੇ, ਇਤਨੀ ਵਡਾਈ ਉਚਿਤ ਨਹੀਂ ਮੈਂ, ਤੁਮਰੇ ਦਰ ਪੌਰੇ ਕਹੋ ਸਵਾਨ।
ਮੈਨੂੰ ਐਡੀ ਵੱਡੀ ਵਡਿਆਈ ਮੇਰੇ ਵਾਸਤੇ ਠੀਕ ਨਹੀਂ, ਨਿੱਕਾ ਜਿਹਾ ਦਾਸ ਹਾਂ ਤੁਹਾਡੇ ਚਰਨਾਂ ਦਾ, ਕੀ ਕਰਨਾ ਐਡੀ ਵੱਡੀ ਵਡਿਆਈ ਨੂੰ। ਪਾਤਸ਼ਾਹ ਜੀ ਤੁਹਾਡੇ ਚਰਨਾਂ ਦਾ ਕੂਕਰ, ਮੈਂ ਕੁੱਤਾ ਹੀ ਠੀਕ ਹਾਂ। ਔਰ ਇੰਨੀ ਵੱਡੀ ਨਿਮਰਤਾ ਦੇਖ ਕੇ ਕਾਲੂ ਨਾਥ ਦੀ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੋਰ ਪ੍ਰਸੰਨ ਹੋਏ ਹਨ। ਇਤਨੀ ਵਡਾਈ ਉਚਿਤ ਨਹੀਂ। ਮੈਂ ਕਹਿਣ ਲੱਗੇ ਸੁਨ ਕਾਲੂ ਕੀ ਅਦਕ ਨਿਮਰਤਾ, ਸ਼੍ਰੀ ਹਰਗੋਬਿੰਦ ਅਦਕ ਕਿਰਪਾਲ। ਜਿੰਨੀ ਕੋਈ ਵੱਡੀ ਨਿਮਰਤਾ ਰੱਖਦਾ ਹੈ, ਜਿੰਨਾ ਕੋਈ ਨੀਵਾਂ ਹੁੰਦਾ ਹੈ, ਜਿਸ ਤਰ੍ਹਾਂ ਅਸੀਂ ਪਿੱਛੇ ਵੀ ਬਚਨ ਸਰਵਣ ਕਰ ਰਹੇ ਸੀ ਗੁਰਬਾਣੀ ਦਾ ਕਿ ਆਪਸ ਕਉ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ, ਨਿਵੈ ਸੋ ਗੌਰਾ ਹੋਏ। ਸਹਿ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਚਨ ਹੈ ਕਿ ਜਿਹੜਾ ਨਿਮਰਤਾ, ਜਿਹੜਾ ਝੁਕਦਾ ਹੈ, ਜਿਹੜਾ ਨੀਵਾਂ ਹੁੰਦਾ ਹੈ, ਉਹ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਹੈ। ਆ ਦੇਖੋ ਜਦੋਂ ਮੀਂਹ ਪੈਂਦਾ ਹੈ ਤੇ ਜਿਹੜੀ ਤਾਂ ਜਗ੍ਹਾ ਨੀਵੀਂ ਹੋਵੇ ਉਹ ਪਾਣੀ ਦੇ ਨਾਲ ਭਰ ਜਾਂਦੀ ਹੈ, ਕਦੇ ਟਿੱਬਿਆਂ ਤੇ ਪਹਾੜਾਂ ਤੇ ਪਾਣੀ ਨਹੀਂ ਖਲੋਂਦਾ। ਇਸ ਕਰਕੇ ਇਹ ਅੰਮ੍ਰਿਤ ਰੂਪੀ ਜਿਹੜਾ ਜਲ ਹੈ ਉਹ ਨੀਵੇਂ ਪਾਸੇ ਜਾਂਦਾ ਹੈ ਤੇ ਨੀਵੀਂ ਜਗ੍ਹਾ ਤੇ ਉਹ ਠਹਿਰਦਾ ਹੈ। ਇਸੇ ਤਰ੍ਹਾਂ ਜਿਹੜੀ ਕਿਰਪਾ ਹੈ, ਗੁਰੂ ਕੀ ਬਖਸ਼ਿਸ਼ ਹੈ, ਇਹ ਵੀ ਜਿਹੜਾ ਆਤਮਿਕ ਤੌਰ ਤੇ ਨੀਵਾਂ ਹੋ ਕੇ ਆਵੇ ਉਹਦੇ ਤੇ ਟਿਕਦੀ ਹੈ, ਉੱਥੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਪਾਣੀ ਦੌੜ ਕੇ ਨੀਵੀਂ ਥਾਂ ਨੂੰ ਚਲਿਆ ਜਾਂਦਾ ਹੈ। ਗੁਰੂ ਦੀ ਕਿਰਪਾ ਵੀ ਇਸੇ ਤਰ੍ਹਾਂ ਹੀ ਚੱਲਦੀ ਹੈ। ਤੇ ਕਹਿਣ ਲੱਗੇ ਹੁਣ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਹੇ ਭਾਈ ਤੁਹਾਡੀ ਏਡੀ ਵੱਡੀ ਨਿਮਰਤਾ ਹੈ ਤੇ ਸਤਿਗੁਰੂ ਜੀ ਹੋਰ ਦਇਆ ਦੇ ਘਰ ਦੇ ਵਿੱਚ ਆਏ ਹਨ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਕਈ ਨਾਥ ਦੁਨੀਆ ਦੇ ਵਿੱਚ ਹੋਏ ਹਨ, ਕਈ ਭਗਤ ਹੋਏ ਹਨ, ਪਰ ਕਹਿਣ ਲੱਗੇ ਹੇ ਕਾਲੂ ਨਾਥ ਜੀ ਤੁਸੀਂ ਨਾਥਾਂ ਦੇ ਨਾਥ ਹੋ। ਗਰੀਬ ਨਿਵਾਜ ਪਾਤਸ਼ਾਹ ਜੀ ਪ੍ਰਸੰਨ ਹੋ ਕੇ ਇਸ ਤਰ੍ਹਾਂ ਬਚਨ ਕਰ ਰਹੇ ਸਨ, ਭਏ ਪ੍ਰਸੰਨ ਦਇਓ ਵਰ ਦੀਰਘ। ਬਹੁਤ ਵੱਡਾ ਜਿਹੜਾ ਗਹਿਰਾ ਵਾਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਭਾ ਨਾਥਨ ਕੋ ਨਾਥ ਵਿਸਾਲ, ਤੁਸੀਂ ਨਾਥਾਂ ਦੇ ਵੀ ਨਾਥ ਜਗਤ ਦੇ ਵਿੱਚ ਪ੍ਰਗਟ ਹੋਏ ਹੋ। ਕਹਿਣ ਲੱਗੇ ਸਿੱਖਾਂ ਦੇ ਵਿੱਚ, ਸਮਾਜ ਦੇ ਵਿੱਚ ਤੁਹਾਡਾ ਜਿਹੜਾ ਜਸ ਹੈ ਇਹ ਨਾਥ ਜੀ ਹੋਏਗਾ, ਜਿਹੜਾ ਭਗਤੀ ਕਰਦਾ ਹੈ ਉਹ ਪ੍ਰਗਟ ਹੁੰਦਾ ਹੀ ਹੈ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਕਹਿਣ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੱਡੀ ਮਹਿਮਾ ਨੂੰ ਪ੍ਰਾਪਤ ਕਰਨਾ ਹੈ। ਤੇ ਜਿਉਂ-ਜਿਉਂ ਕੋਈ ਹੋਰ ਨੀਵਾਂ ਹੁੰਦਾ ਹੈ, ਜਿਉਂ-ਜਿਉਂ ਕੋਈ ਹੋਰ ਝੁਕਦਾ ਹੈ, ਜਿਸ ਤਰ੍ਹਾਂ ਇੱਕ ਜਿਹੜਾ ਫਲ ਦਾ ਰੁੱਖ ਹੁੰਦਾ ਹੈ ਨਾ, ਜਿਉਂ-ਜਿਉਂ ਫਲ ਪੈਂਦਾ ਹੈ ਉਹ ਨੀਵਾਂ ਹੁੰਦਾ ਜਾਂਦਾ ਹੈ, ਤੇ ਜਿਹੜਾ ਖਾਲੀ ਹੁੰਦਾ ਹੈ ਉਹ ਆਕੜ ਕੇ ਖੜਾ ਹੁੰਦਾ ਹੈ। ਜਿਹੜਾ ਫਲਦਾਰ ਹੋਵੇ ਉਹ ਝੁਕਦਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਦਾ ਜਾਂਦਾ ਹੈ ਉਹਦੇ ਅੰਦਰ ਨਿਮਰਤਾ ਆਉਂਦੀ ਜਾਂਦੀ ਹੈ। ਤੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਜਿਉਂ-ਜਿਉਂ ਤੁਸੀਂ ਅਧਿਕ ਨਿਮਰਤਾ ਧਾਰਨ ਕਰਦੇ ਹੋ, ਵੱਡ ਪੁਰਖਨ ਕੀ ਹੈ ਇਹ ਅਸ ਚਾਲ। ਵੱਡੇ ਪੁਰਸ਼ਾਂ ਦੀ, ਗੁਰੂ ਦੀ ਕਿਰਪਾ ਵਾਲਿਆਂ ਦੀ ਇਹੀ ਚਾਲ ਹੈ। ਭਗਤਾਂ ਕੀ ਚਾਲ ਨਿਰਾਲੀ, ਭਗਤਾਂ ਦੀ ਚਾਲ ਵੱਖਰੀ ਹੈ। ਇਹੀ ਹੈ ਕਿ ਬਸ ਉਹ ਨਿਮਰਤਾ ਧਾਰਨ ਕਰਕੇ ਰੱਖਦੇ ਹਨ। ਅੱਤ ਦੀ ਉਹਨਾਂ ਦੇ ਜੀਵਨ ਦੇ ਵਿੱਚ ਨਿਮਰਤਾ ਦੇਖੀ ਜਾਂਦੀ ਹੈ। ਔਰ ਜਦੋਂ ਇਸ ਤਰ੍ਹਾਂ ਦੇ ਬਚਨ ਛੇਵੇਂ ਪਾਤਸ਼ਾਹ ਜੀ ਨੇ ਕੀਤਾ ਹੈ ਤੇ ਬਹੁਤ ਵੱਡੀਆਂ ਬਰਕਤਾਂ ਨੂੰ, ਹੋਰ ਬਖਸ਼ਿਸ਼ਾਂ ਨੂੰ ਭਾਈ ਕਾਲੂ ਜੀ, ਨਾਥ ਕਾਲੂ ਜੀ ਨੇ ਪ੍ਰਾਪਤ ਕਰ ਲਿਆ ਹੈ। ਔਰ ਅਤੀ ਪ੍ਰਸੰਨ ਹੋ ਗਿਆ ਹੈ, ਮਨ ਦੇ ਵਿੱਚ ਆਨੰਦ ਖੇੜਾ ਬਣ ਗਿਆ ਹੈ। ਤੇ ਅਤ ਆਨੰਦ ਕਰ ਪਦ ਅਰ ਬਿੰਦਨ ਬੰਧਨ ਕੀ ਨਸੀਸ ਕੋ ਨਿਆਏ। ਕਹਿਣ ਲੱਗੇ ਬਾਰ-ਬਾਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਸੀਸ ਰੱਖਦਾ ਹੈ। ਦੇਖੋ ਜਦੋਂ ਅਸੀਂ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਹਾਂ ਤੇ ਗੁਰੂ ਅਮਰਦਾਸ ਜੀ ਨੂੰ ਦੇਖੋ, ਇੱਕ ਵਾਰੀ ਭਾਈ ਦਾਤੂ ਜੀ ਨੇ ਲੱਤ ਵੀ ਮਾਰ ਦਿੱਤੀ ਸੀ, ਪੀੜੇ ਤੋਂ ਡੇਗ ਦਿੱਤਾ ਸੀਗਾ ਕਿ ਮੇਰੇ ਪਿਤਾ ਦੀ ਗੁਰਤਾ ਗੱਦੀ ਹੈ, ਸਾਡਾ ਹੱਕ ਬਣਦਾ ਸੀ, ਹੇ ਸਤਿਗੁਰੂ ਜੀ ਤੁਸੀਂ ਕਿਵੇਂ ਗੁਰੂ ਬਣ ਗਏ। ਪਰ ਤੀਸਰੇ ਪਾਤਸ਼ਾਹ ਜੀ ਦੇ ਅੰਦਰ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਉਹਨੇ ਲੱਤ ਮਾਰੀ ਹੈ
ਤੇ ਤੀਸਰੇ ਪਾਤਸ਼ਾਹ ਜੀ ਤਾਂ ਵੀ ਕਹਿ ਰਹੇ ਸਨ, ਹੇ ਗੁਰੂ ਸੁਪੁੱਤਰ, ਮੈਂ ਬਜ਼ੁਰਗ ਹਾਂ, ਸਰੀਰ ਦੇ ਹੱਡ ਨਿਕਲੇ ਹੋਏ ਹਨ, ਤੁਸੀਂ ਕੋਮਲ ਹੋ, ਨੌਜਵਾਨ ਹੋ, ਕਿਤੇ ਤੁਹਾਡੇ ਸਰੀਰ 'ਤੇ ਕੋਈ ਚੋਟ ਤਾਂ ਨਹੀਂ ਲੱਗ ਗਈ ਮੈਨੂੰ ਲੱਤ ਮਾਰਨ ਕਰਕੇ। ਦੇਖੋ ਇਹ ਹੈ ਨਿਮਰਤਾ ਦੀ ਹੱਦ। ਇਸ ਕਰਕੇ ਜਿਹੜਾ ਨਿਮਰਤਾ ਰੱਖਦਾ ਬਹੁਤ ਕੁਛ ਪ੍ਰਾਪਤ ਕਰ ਲੈਂਦਾ ਹੈ। ਅਤੇ ਇੰਨੇ ਵੀ ਵੱਡੀ ਨਿਮਰਤਾ ਰੱਖ ਕੇ ਕਾਲੂਨਾਥ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਹੈ, ਆਪਣਾ ਜਿਹੜਾ ਬਾਲਕ ਹੈ ਉਹਨੂੰ ਨਾਲ ਲੈ ਕੇ ਆਇਆ ਹੈ, ਦੁੱਧ ਦਾ ਘੜਾ ਉਹ ਵੀ ਚੁੱਕ ਕੇ ਲੈ ਕੇ ਆਇਆ ਹੈ, ਭਾਵਨਾ ਸਹਿਤ ਉਹਨੇ ਸੇਵਾ ਕੀਤੀ ਹੈ। ਅਤੇ ਗਰੀਬ ਨਿਵਾਜ ਸਤਿਗੁਰਾਂ ਨੇ ਅੰਮ੍ਰਿਤ ਭਰੀ ਦ੍ਰਿਸ਼ਟੀ ਸੁੱਖਾਂ ਦੇ ਦਾਤੇ ਛੇਵੇਂ ਪਾਤਸ਼ਾਹ ਜੀ ਨੇ ਉਹਦੇ 'ਤੇ ਵੀ ਕੀਤੀ ਹੈ। ਤੇ ਕਹਿਣ ਲੱਗੇ ਕਿ ਹੇ ਭਾਈ, ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕਰ ਦਿੱਤਾ, ਕਹਿਣ ਲੱਗੇ ਆ ਲਓ ਇੱਕ ਚੁਲਾ ਜਿਹੜਾ ਦੁੱਧ ਦਾ ਉਸੇ ਘੜੇ ਦੇ ਵਿੱਚ ਜੀ ਨੇ ਉਹਨੂੰ ਦਿੱਤਾ, ਕਹਿਣ ਲੱਗੇ ਛਕ ਲਓ ਜੀ। ਤੇ ਸਤਿਗੁਰਾਂ ਨੇ ਐਸੀ ਬਖਸ਼ਿਸ਼ ਕੀਤੀ ਹੈ ਕਿ ਗਰੀਬ ਨਿਵਾਜ ਕਦੇ ਦਸਮ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਅੰਮ੍ਰਿਤ ਛਕਾ ਕਰਕੇ ਸਿੱਖਾਂ ਦੀ ਸੋਚ, ਉਹਨਾਂ ਦਾ ਜੀਵਨ ਬਦਲ ਦਿੱਤਾ ਸੀਗਾ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਦੋਂ ਗੁਰੂ ਮਨੁੱਖ ਤੋਂ ਦੇਵਤੇ ਬਣਾਉਂਦਾ ਹੈ ਤੇ ਬਹੁਤਾ ਸਮਾਂ ਨਹੀਂ ਲੱਗਦਾ, ਝਾਟੀ ਇੱਕ ਛਿਣ ਦੇ ਵਿੱਚ ਹੀ। ਕਹਿਣ ਲੱਗੇ ਸਤਿਗੁਰਾਂ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਹੈ, ਉਹਦਾ ਜਿਹੜਾ ਪੁੱਤਰ ਹੈ ਪਾਤਸ਼ਾਹ ਜੀ ਨੇ ਉਹਦੇ 'ਤੇ ਮਿਹਰ ਭਰੀ ਨਜ਼ਰ ਪਾਈ ਹੈ। ਕਹਿਣ ਲੱਗੇ ਉਸ ਵੇਲੇ ਮਾਨ ਬਾਕ ਕੋ ਪਾਨ ਕਰਿਓ, ਜਬ ਭਈ ਸ਼ਕਤ ਸਭ ਨਾ ਜਾਨੀ ਬਾਤ। ਉਹ ਵੀ ਅਨੇਕਾਂ ਬਖਸ਼ਿਸ਼ਾਂ ਦਾ ਪਾਤਰ ਬਣਿਆ ਹੈ। ਕਹਿਣ ਲੱਗੇ ਕਿ ਉਹਦੇ ਅੰਦਰ ਵੀ ਜਿਹੜਾ ਇਹ ਗਿਆਨ ਹੈ, ਗੁਰੂ ਕੀ ਜਿਹੜੀ ਬਖਸ਼ਿਸ਼ ਹੈ ਉਹ ਆਈ ਹੈ। ਵੱਡੇ ਗਿਆਨ ਨੂੰ ਉਹਨੇ ਵੀ ਪ੍ਰਾਪਤ ਕੀਤਾ ਅਤੇ ਸਤਿਗੁਰਾਂ ਨੇ ਇੱਕ ਚੁਲਾ ਦੁੱਧ ਦਾ ਛਕਾਇਆ ਹੈ, ਉਹ ਵੀ ਭਗਤੀ ਦੇ ਵਿੱਚ ਸਿਮਰਨ ਦੇ ਵਿੱਚ ਲੀਨ ਹੋਇਆ। ਪਾਤਸ਼ਾਹ ਜੀ ਨੇ ਜਿਹੜਾ ਕੋਈ ਆਪ ਬੰਦਗੀ ਦੇ ਵਿੱਚ ਜੁੜਦਾ ਹੈ, ਉਹ ਦੀਨ ਦਿਆਲ ਭਰੋਸੇ ਤੇਰਾ ਸਭ ਪਰਿਵਾਰ ਚੜਾਇਆ ਵੇੜੇ। ਗੁਰੂ ਦੇ ਚਰਨਾਂ ਦੇ ਨਾਲ ਜਿਹੜਾ ਕੋਈ ਜੁੜੇ ਉਹਦਾ ਪਰਿਵਾਰ ਵੀ ਤਰ ਜਾਂਦਾ ਹੈ। ਇਹ ਆਪ ਤਰਿਆ ਹੈ, ਇਹਦੇ ਪੁੱਤਰ 'ਤੇ ਵੀ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਉਹ ਵੀ ਨਿਹਾਲ ਹੋਇਆ ਹੈ। ਸਮਾਂ ਸਮਾਪਤ ਹੈ। ਅਗਲੇਰਾ ਜਿਹੜਾ ਇਤਿਹਾਸ ਹੈ, ਕਿਵੇਂ ਪਾਤਸ਼ਾਹ ਜੀ ਇਸ ਨਗਰ ਤੋਂ ਅੱਗੇ ਫਿਰ ਚੱਲਦੇ ਹਨ, ਸਿੱਖਾਂ ਨੂੰ ਸੇਵਕਾਂ ਨੂੰ ਜਿਸ ਤਰ੍ਹਾਂ ਕਦੇ ਗੁਰੂ ਨਾਨਕ ਸਾਹਿਬ ਜੀ ਤਾਰਦੇ ਹੋਏ ਜਾਂਦੇ ਸਨ ਆਪਣੇ ਸੇਵਕਾਂ ਦੇ ਕੋਲ, ਛੇਵੇਂ ਪਾਤਸ਼ਾਹ ਜੀ ਵੀ ਉਸੇ ਤਰ੍ਹਾਂ ਮਾਲਵੇ ਦੀ ਧਰਤੀ 'ਤੇ ਬੇਅੰਤ ਗੁਰੂ ਕੇ ਪਿਆਰਿਆਂ ਨੂੰ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕਰ ਰਹੇ ਹਨ। ਅਗਲੇਰਾ ਇਤਿਹਾਸ ਅਗਲੇ ਦਿਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਕੁਝ ਕੁ ਸਮੇਂ ਵਾਸਤੇ ਸਾਰੀ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ